ਕੁਛ ਲੋਕ ਮਿੱਠੇ ਹੁੰਦੇ ਆ, ਉਹ ਨੀਵੇਂ ਹੋ ਕੇ ਲੁੱਟ ਲੈਂਦੇ ਆ। ਉਹਨਾਂ ਦੀ ਜਿਹੜੀ ਠੱਗੀ ਹੈ ਲੰਬੇ ਸਮੇਂ ਤੱਕ ਚੱਲ ਜਾਂਦੀ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਪਰਿਵਾਰ ਦੀ ਚੱਲ ਗਈ, ਕੈਪਟਨ ਵਰਗਿਆਂ ਦੀਆਂ ਚੱਲ ਗਈਆਂ। ਇਹ ਕੁਰਸੀ ਦੇ ਤੇ ਕਰਪਸ਼ਨ ਦੇ ਭੁੱਖੇ ਆ। ਸਭ ਤੋਂ ਵੱਡਾ ਜਿਹੜਾ ਕਰਪਟ ਸਿਸਟਮ ਦਾ ਇਹਦਾ ਮਾਲਕ ਹੈ ਉਹ ਹੈਗੀ ਹੈ ਬਿਊਰੋਕਰੇਟ। ਠੀਕ ਹੈ, ਬਿਊਰੋਕਰੇਟ ਦੇ ਉੱਪਰ ਟੌਪ ਜੁਡੀਸ਼ਰੀ ਬੈਠੀ ਹੋਈ ਹੈ। ਫਿਰ ਮੀਡੀਆ ਸਾਡਾ ਜਿਹੜਾ ਹੈਗਾ ਉਹਦਾ ਸਭ ਤੋਂ ਵੱਡਾ ਬੇੜਾ ਗਰਕ ਹੋਇਆ ਹੋਇਆ ਹੈ। ਫੈਕਟਰੀ ਲਾ ਲਈ ਉੱਥੇ ਪਾਇਲ ਦੇ ਵਿੱਚ ਸ਼ਰਾਬ ਦੀ, ਜਿਹਦੇ ਵਿੱਚ ਜਿਹੜੇ ਤਰਨ ਦੀਆਂ ਮੌਤਾਂ ਦੇ ਡਾਇਰੈਕਟ ਜ਼ਿੰਮੇਵਾਰ ਹੈਗੇ। ਮੈਂ ਅੱਗੇ ਖੁੱਲ੍ਹ ਕੇ ਨਹੀਂ ਬੋਲਦਾ, ਕੱਲ੍ਹ ਉਹਨੇ ਕਿਤੇ ਦੋ ਲਫ਼ਜ਼ ਬੋਲੇ, ਅੱਜ ਮੈਂ ਜਵਾਬ ਦੱਸਣਾ ਚਾਹੁੰਦਾ ਕਿ ਉਹ ਜਿਹੜੇ ਪਾਰਟਨਰ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਆ, ਉਹ ਕਿਸੇ ਨਾ ਕਿਸੇ ਰੂਪ ਵਿੱਚ ਕੁਛ ਕਾਰਨਾਂ ਕਰਕੇ, ਅੱਜ ਮੈਂ ਨਾਮ ਨਹੀਂ ਲੈਣਾ, ਉਹ ਸਭ ਤੋਂ ਵੱਡੀ ਫੈਕਟਰੀ ਜਿਹੜੀ ਗੁਰਕੀਰਤ ਕੋਟਲੀ ਸਾਹਿਬ, ਤੁਸੀਂ ਆਉਣ ਵਾਲੇ ਸਮੇਂ 'ਚ ਤਿਆਰੀ ਰੱਖੋ। ਤੁਹਾਡਾ ਵੀ ਜਿਹੜਾ ਤੇੜ ਦਾ ਨੰਗ ਖੋਲ੍ਹਦੇ ਕਿ ਤੁਸੀਂ ਕਿੰਨੀਆਂ ਮੌਤਾਂ ਦੇ ਜ਼ਿੰਮੇਵਾਰ ਹੋ, ਈਡੀ ਦੇ ਵਿੱਚ ਤੁਹਾਡੇ ਖਿਲਾਫ ਕੀ ਲਿਖਿਆ ਹੋਇਆ ਤੇ ਜਿਹੜਾ ਤੁਸੀਂ ਇੱਕ ਪੂਰੀ ਦੀ ਪੂਰੀ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਅੱਤਵਾਦ ਦੇ ਵਿੱਚ ਤੁਹਾਡੇ ਦਾਦਾ ਜੀ ਨੂੰ ਬੇਅੰਤਾ ਬੁੱਚੜ ਕਿਹਾ ਜਾਂਦਾ, ਉਹਦੀ ਅਗਵਾਈ ਵਿੱਚ ਖਤਮ ਕੀਤਾ ਗਿਆ, ਉਹਨੂੰ ਵੀ ਲੋਕ ਨਹੀਂ ਭੁੱਲੇ। ਜਸਵੰਤ ਸਿੰਘ ਖਾਲੜੇ ਵਰਗੇ ਬੰਦੇ ਜਿਹੜੇ ਉਹਨਾਂ ਲਾਸ਼ਾਂ ਦੀਆਂ ਪੈਰਵਾਈਆਂ ਕਰਦੇ ਕਰਦੇ ਜਿਹੜੇ ਹੈਗੇ ਆ ਗਾਇਬ ਕਰ ਦਿੱਤੇ ਗਏ, ਉਹਨਾਂ 'ਚ ਵੀ ਇਹਨਾਂ ਪਰਿਵਾਰਾਂ ਦਾ ਯੋਗਦਾਨ ਰਵਨੀਤ ਬਿੱਟੂ ਤੇ ਹੋਊਗਾ। ਬਾਕੀ ਮੈਂ ਆਪਣੀ ਅੱਜ ਪੋਸਟ ਲਿਖੀ ਹੋਈ ਹੈ, ਉਹਦੇ ਜਿਹੜੇ ਅਗਲੇ ਕੈਂਡੀਡੇਟ ਹੈ, ਸੰਦੀਪ ਸੰਧੂ ਹੈ, ਸੁਖਜਿੰਦਰ ਰੰਧਾਵਾ ਹੈਗਾ, ਰਾਜਾ ਵਿੜੰਗ ਹੈਗਾ, ਉਹਨਾਂ ਬਾਰੇ ਜਿਹੜਾ ਹੈ ਅਗਲੀ ਕਾਰਵਾਈ ਬਾਅਦ ਵਿੱਚ ਲਿਆਂਦੀ ਜਾਊਗੀ। ਪਹਿਲਾ ਕੰਮ ਜਿਹੜਾ ਸਾਡਾ ਰਵਨੀਤ ਬਿੱਟੂ ਦੇ ਪਰਚਾ ਜਿਹੜਾ ਦਰਜ ਕੱਲ੍ਹ ਤੱਕ ਨਾ ਕੀਤਾ ਇਹਨਾਂ ਨੇ ਤੇ ਧਰਨਾ ਲਾਵਾਂਗੇ। ਰਵਨੀਤ ਬਿੱਟੂ ਜਿਹੜਾ ਕਾਂਗਰਸ ਨੇ ਪਿੱਛੇ ਲੁੱਟ ਮਚਾਈ ਸੀ ਪਿਛਲੇ 5 ਸਾਲਾਂ 'ਚ, ਆਸ਼ੂ ਨੇ ਜਿਹੜੇ ਹੈਗੀ, ਉਹ ਜਿਹੜੇ ਟੁਕੜੇ ਸਿੱਟਦਾ ਰਿਹਾ, ਫਿਰ ਮੈਨੂੰ ਕੁੱਤਾ ਲਫ਼ਜ਼ ਯੂਜ਼ ਕਰਨਾ ਪੈਂਦਾ, ਮਾਫੀ ਮੰਗਦਾ। ਉਹ ਟੁਕੜਿਆਂ ਦੇ ਜਿਹੜੇ ਖਾਣ ਵਾਲੇ ਕੁੱਤੇ ਕੁਛ ਪਾਲੇ ਹੋਏ, ਉਹਨਾਂ 'ਚ ਇੱਕ ਰਵਨੀਤ ਬਿੱਟੂ ਵੀ ਹੈ। ਇਹ ਬਹੁਤ ਥੱਲੇ ਲੈਵਲ ਦੀ ਪੋਲਿਟਿਕਸ 'ਚ ਉੱਠੇ ਹੋਏ ਇੱਕ ਗੰਦੀ ਨਾਲੀ ਦੇ ਕੀੜਿਆਂ ਵਰਗੇ ਲੋਕ ਨੇ, ਜਿਨ੍ਹਾਂ ਨੂੰ ਕਿ ਅਸੀਂ ਲੋਕਾਂ ਨੇ ਭੁਲੇਖੇ ਵਿੱਚ ਚੱਕ ਕੇ ਆਪਣੇ ਸਿਰਾਂ ਦੇ ਤਾਜ ਬਣਾ ਲਿਆ। ਤੇ ਫਿਰ ਜਦੋਂ ਕਹਿੰਦੇ ਕੁੱਤਾ ਰਾਜ ਬਹਾਰੀਏ ਤਾਂ ਚੱਕੀ ਚੱਟੇ, ਇਹ ਕਹਾਵਤ ਬਹੁਤ ਆਪਣੇ ਪੰਜਾਬ 'ਚ ਮਸ਼ਹੂਰ ਹੈ। ਤੇ ਉਹ ਕੁੱਤੇ ਰਾਜ ਬਹਾਏ ਹੋਏ ਆ। ਕੁੱਤਾ ਲਫ਼ਜ਼ ਜਿਹੜਾ ਇਹਨਾਂ ਨੂੰ ਕਹਿਣਾ, ਕੁੱਤੇ ਦੀ ਤੋਹੀਨ ਕਰਨਾ, ਕੁੱਤਾ ਸਾਡੇ ਤੋਂ ਕਿਤੇ ਅੱਗੇ ਹੈ, ਵਫਾਦਾਰ ਹੈ, ਉਹਦੇ 'ਚ ਬਹੁਤ ਗੁਣ ਨੇ। ਇਹਨਾਂ ਲੋਕਾਂ ਵਿੱਚ ਤਾਂ ਉਹ ਹੈ ਹੀ ਨਹੀਂ। ਇਹਨੂੰ ਅਰੈਸਟ ਕਰਕੇ ਇਹਦੇ ਘਰ ਲਿਜਾ ਕੇ ਇਹਦੇ ਘਰੋਂ ਕੋਈ ਬਹੁਤ ਜ਼ਰੂਰੀ ਡਾਕੂਮੈਂਟ ਬਰਾਮਦ ਕਰਨ ਦਾ, ਉਹ ਵਿਜੀਲੈਂਸ ਦੇ ਦਫ਼ਤਰ ਗਏ, ਉੱਥੇ ਜਾ ਕੇ ਮਗਰ ਜਾ ਕੇ ਇਹਨਾਂ ਨੇ ਜਲੂਸ ਕੱਢਿਆ। ਇਨ ਦੀ ਮੀਨ ਟਾਈਮ 3-4 ਘੰਟਿਆਂ ਦਾ ਮੌਕਾ ਜਦੋਂ ਮਿਲ ਗਿਆ ਤਾਂ ਇੱਕ ਬਹੁਤ ਵੱਡੇ ਜਿਹੜੇ ਟੈਚੀ ਭਰ ਕੇ ਜਿਹੜਾ ਕਾਗਜ਼ਾਂ ਦਾ ਆਸ਼ੂ ਦੇ ਘਰੋਂ ਉਹਦਾ ਜਿਹੜਾ PA ਜਿਹੜਾ ਇੰਦੀ ਹੈਗਾ, ਉਹ ਲੈ ਕੇ ਭੱਜਣ ਵਿੱਚ ਸਫਲ ਹੋ ਗਿਆ। ਇਵੇਂ ਹੀ ਇੱਕ ਪੀੜ੍ਹੀ ਜਿਹੜੀ ਹੈਗੀ ਹੈ ਨਸ਼ੇ ਦੇ ਸਾਗਰ ਵਿੱਚ ਜਿਹੜੀ ਡੋਬ ਕੇ ਸਾੜ ਕੇ ਮਾਰ ਦਿੱਤੀ, ਉਹਦਾ ਇਹ ਬਾਦਲ ਪਰਿਵਾਰ ਦਾ ਮਜੀਠੀਆ ਜਿਹੜਾ ਮੋਢੀ ਹੈਗਾ। ਮਜੀਠੀਆ ਨੂੰ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਸੀ, ਮਜੀਠੀਆ ਸਰੈਂਡਰ ਕੀਤਾ ਗਿਆ ਸੀ, ਉਦੋਂ ਇਹਨਾਂ ਦੀ ਸਰਕਾਰ ਨਹੀਂ ਆਈ ਸੀ। ਇਹਨਾਂ ਨੇ ਤਾਂ ਛੱਡਣ ਵਿੱਚ ਉਹਦੀ ਮਦਦ ਕੀਤੀ ਹੈ। 2-2 ਟਕੇ ਦੇ ਆਦਮੀ ਤੁਹਾਡੀ ਵੋਟ ਲੈ ਕੇ ਅੱਜ ਜੇ ਤੁਹਾਡੇ ਤੇ ਉਹ ਮਾਲਕ ਬਣ ਕੇ ਬੈਠੇ ਤਾਂ ਉਹਦੇ ਮਾਲਕ ਅਸਲ ਦੇ ਵਿੱਚ ਕੌਣ ਹੋ? ਉਹ ਅਸੀਂ ਹੈਗੇ ਹਾਂ। ਅਸੀਂ ਇਹਨਾਂ ਗੱਲਾਂ ਨੂੰ ਭੁੱਲ ਗਏ ਹਾਂ ਕਿਉਂਕਿ ਇਹਨਾਂ ਕੋਲ ਵੱਡੇ ਪਲੇਟਫਾਰਮ ਸੀਗੇ। ਅਦਰਵਾਈਜ਼ ਜਿਹੜੇ ਇਹ ਲੋਕ ਹੈਗੇ ਆ, ਜਿਹੜੇ ਜਮਾਂ ਛੋਟੇ ਭਾਂਡੇ, ਤੁਸੀਂ ਸਿਮਰਜੀਤ ਬੈਂਸ ਹੋਰਾਂ ਦਾ ਨਾਮ ਲਿਆ ਸੀਗਾ, ਅਦਾਲਤਾਂ ਦਾ ਹਾਲ ਇਹ ਹੈ ਕਿ ਸਾਹਮਣੇ ਪਏ ਸਬੂਤ ਜਿਹੜੇ ਹੈਗੇ ਇਹਨਾਂ ਨੂੰ ਪਹਿਲਾਂ ਖੋਲ ਕੇ ਵਿਖਾਵੇ ਕੋਈ ਵੀ ਫਲਾਣੇ ਪੇਜ ਤੇ ਕੀ ਲਿਖਿਆ ਹੋਇਆ ਮਾਈ ਲਾਰਡ, ਫਿਰ ਇਹ ਪੜ੍ਹਨਗੇ, ਫਿਰ ਉਦੋਂ ਬਾਅਦ ਵੇਖਣਾ ਕਰਨਾ ਜਾਂ ਨਹੀਂ ਕਰਨਾ ਇਹਨਾਂ ਦੀ ਮਰਜ਼ੀ, ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਇਹਨਾਂ ਤੇ ਕੋਈ ਵੀ ਜਿਹੜੀ ਹੈਗੀ ਹੈ ਕੋਈ ਚੈੱਕ ਨਹੀਂ ਹੈਗਾ, ਕੋਈ ਇਹਨਾਂ ਦੀ ਮਤਲਬ ਲਾਇਬਿਲਟੀ ਨਹੀਂ ਹੈਗੀ ਵੀ ਜੇ ਤੁਸੀਂ ਗਲਤ ਫੈਸਲਾ ਕਰ ਦਿੰਦੇ ਹੋ ਤਾਂ ਉਹਦੇ ਬਾਰੇ ਤੁਹਾਨੂੰ ਕੋਈ ਪੁੱਛਣ ਵਾਲਾ ਹੈ ਜਾਂ ਨਹੀਂ ਹੈ। ਕਿਸੇ ਵਾਸਤੇ ਤੁਸੀਂ ਰਾਤ ਨੂੰ ਹਾਈ ਕੋਰਟ ਖੋਲ੍ਹਦੇ ਹੋ, ਸੁਪਰੀਮ ਕੋਰਟ ਖੋਲ੍ਹਦੇ ਹੋ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਕਿਸੇ ਦੀਆਂ ਤੁਸੀਂ 8-8 ਮਹੀਨੇ ਦੀਆਂ, ਸਾਲ ਦੀਆਂ ਡੇਟਾ ਪਾਉਂਦੇ ਹੋ, ਫੈਸਲੇ ਰਿਜ਼ਰਵ ਰੱਖਦੇ ਹੋ, ਸਾਲਾਂ ਬਾਅਦ ਵੀ ਫੈਸਲੇ ਨਹੀਂ ਦਿੰਦੇ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਇਹਨਾਂ ਨੇ ਫਿਰ ਉਹ ਜਿਹੜਾ ਕਲਕੱਤੇ ਜਾ ਕੇ ਜੋ ਇਨਕਾਊਂਟਰ ਕਰਕੇ ਕੀਤਾ, ਇਹਦੇ ਪਿੱਛੇ ਜਿਹੜਾ ਅਸਲੀ ਦੋਸ਼ੀ ਸੰਦੀਪ ਸੰਧੂ ਹੈ, ਡਰੱਗ ਵੇਚਣ ਤੋਂ ਇਲਾਵਾ ਦੋਵੇਂ ਥਾਣੇਦਾਰਾਂ ਦਾ ਕਾਤਲ, ਦੋਨਾਂ ਉਹ ਮੁੰਡੇ ਜਿਹੜੇ ਉੱਥੇ ਜਾ ਕੇ ਮਾਰੇ, 4 ਕਤਲਾਂ ਦਾ ਜ਼ਿੰਮੇਵਾਰ ਕੈਪਟਨ ਸੰਦੀਪ ਸਿੰਘ ਸੰਧੂ ਹੈ। ਯਾਦ ਕਰ ਲਵੇ, ਮੇਰੀ ਗੱਲ ਸੁਣ ਲਵੇ, ਆਉਣ ਵਾਲੇ ਸਮੇਂ 'ਚ ਇਹ ਹਿਸਾਬ ਇਹਨਾਂ ਤੋਂ ਮੰਗੇ ਜਾਣਗੇ। ਤੇ ਐਵੇਂ ਹੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਆਪਦੇ ਆਪ ਨੂੰ ਬਹੁਤ ਪਾਕ ਸਾਫ਼ ਤੇ ਸੱਚਾ ਸੁੱਚਾ ਕਹਿੰਦਾ, ਮੁਖਤਾਰ ਅੰਸਾਰੀ ਨੂੰ ਲਿਆ ਕੇ ਗੈਂਗਸਟਰ ਕਲਚਰ ਜਿਹੜਾ ਉਹਨੇ ਪੰਜਾਬ ਦੇ ਵਿੱਚ ਪੈਦਾ ਕੀਤਾ, ਰਾਜਾ ਵੜਿੰਗ ਹੁਣ ਤਕੜਾ ਹੋਵੇ, ਇਹ ਹਿਸਾਬ ਜਿਹੜਾ ਹੈਗਾ ਹੁਣ ਇਹਦੇ ਕੋਲੋਂ ਮੈਂ ਲਊਂਗਾ। ਤੇ ਐਵੇਂ ਹੀ ਅਗਾਂਹ ਜਿਹੜੇ ਹੈਗੇ ਆ ਸੰਦੀਪ ਸੰਧੂ ਹੋਰੀ ਹੈਗੇ ਆ, ਜਿਨ੍ਹਾਂ ਨੇ ਚਿੱਟੇ ਦਾ ਵਪਾਰ ਜਿਹੜਾ ਮਜੀਠੇ ਦਾ ਚਲਾਇਆ ਹੋਇਆ, ਅਗਾਂਹ ਉੱਤਰਾਧਿਕਾਰੀ ਦੇ ਤੌਰ 'ਤੇ ਸੰਭਾਲਿਆ। ਹੁਣ ਰਾਜੇ ਵੜਿੰਗ ਕਰਕੇ ਇੱਕ ਪਰਿਵਾਰ ਨੇ ਖੁਦਕੁਸ਼ੀ ਕੀ ਕੀਤੀ, ਉਹ ਸੁਣ ਕੇ ਰੂਹ ਕੰਬ ਜੂਗੀ। ਇਹਨਾਂ ਦੇ ਸਾਲੇ ਨੇ ਇੱਕ ਬੰਦੇ ਤੋਂ ਪੈਸੇ ਉਧਾਰੇ ਮੰਗੇ ਦੋਸਤੀ ਵਿੱਚ, 3 ਕਰੋੜ ਰੁਪਇਆ ਵੀ ਮੈਂ 2 ਦਿਨਾਂ ਵਾਸਤੇ ਦੇ ਦੂੰਗਾ। ਉਹ ਅਮੀਰ ਆਦਮੀ ਸੀ, ਚੰਗਾ ਸਰਦਾ ਸੀਗਾ, ਉਹਦੇ ਕੋਲ ਉਹੀ ਪੈਸੇ ਸੀ, ਚੱਕ ਕੇ ਉਹਨੇ ਫੜਾ ਤੇ ਵੀ ਮੈਨੂੰ 2 ਦਿਨਾਂ ਬਾਅਦ ਵਾਪਸ ਮੁੜ ਦੀ। ਪੈਸੇ ਮੁੜੇ ਨਹੀਂ ਉਹਨਾਂ ਨੇ। ਮਹੀਨਾ ਟੱਪਿਆ, 2 ਮਹੀਨੇ ਟੱਪਿਆ, ਇਹਨੇ ਰਾਜੇ ਵੜਿੰਗ ਨੇ ਵੀ ਫੋਨ ਕੀਤੇ ਹੋਣੇ ਵੀ ਤੂੰ ਦੇ ਦਿਆਂਗੇ, ਕਰ ਦਿਆਂਗੇ, ਠੀਕ ਹੈ। ਉਸ ਤੋਂ ਬਾਅਦ ਅਖੀਰ ਤੇ ਉਹਨੇ ਕਿਹਾ ਵੀ ਮੇਰੇ ਲੋਕਾਂ ਨੇ ਲੈਣੇ ਦੇਣੇ ਦੀ ਜਾਨ ਮੇਰੀ ਲਿਖਾਣੀ ਕੀਤੀ ਵੀ ਮੈਂ ਮਰ ਜਾਊਂਗਾ ਜੇ ਤੂੰ ਮਤਲਬ ਇਹ ਕੰਮ ਨਾ ਕਰੇਗਾ ਤੇ ਇਹ ਨਾ ਕਰ। ਤੇ ਇਹਨਾਂ ਨੇ ਫੋਨ ਕਰਕੇ ਦੂਜੇ ਦਿਨ ਉਹਨੂੰ ਪੁੱਛਿਆ ਵੀ ਤੂੰ ਅਜੇ ਜਿਉਣਾ ਹੈ, ਮਰਿਆ ਨਹੀਂ ਹੈ। ਸਭ ਤੋਂ ਘਟੀਆ ਦਰਜੇ ਦਾ ਇਨਸਾਨ ਹੈ, ਉਹਨੂੰ ਮਿੱਤਰ ਬਣਾਉਣਾ ਤਾਂ ਆਉਂਦਾ ਹੀ ਨਹੀਂਗਾ। ਮਿੱਤਰ ਬਣਾਉਣਾ ਇਹ ਨਹੀਂ ਹੁੰਦਾ, ਮਿੱਤਰ ਬਣਾਉਣ ਵਾਸਤੇ ਕੁਛ ਸੈਕਰੀਫਾਈਸ ਕਰਨੇ ਪੈਂਦੇ ਨੇ, ਫਿਰ ਲੋਕ ਮਿੱਤਰ ਬਣਦੇ ਆ। ਉਹ ਬੰਦਾ ਤਾਂ ਪੈਸੇ ਦਾ ਐਡਾ ਵੱਡਾ ਲਾਲਚੀ, ਉਹਨੂੰ ਲੋਕ ਇਮਾਨਦਾਰ ਕਹਿੰਦੇ ਆ। ਪਰ ਇਹ ਦੋਨੋਂ ਜਿਹੜਾ ਬੈਂਸ ਤੇ ਆਸ਼ੂ ਤੇ ਇਹ ਜਿਹੜਾ ਦਵਜੋਤ ਸਿੰਘ ਸਿੱਧੂ, ਇਹ ਸਾਰੀ ਸਟੋਰੀ ਜਿਹੜੀ ਦੇ ਪਿੱਛੇ ਮੈਂ ਅੱਜ ਇੱਕ ਡਿਪਾਰਟਮੈਂਟ ਦੀ ਨੌਕਰੀ ਛੱਡ ਕੇ ਇੱਕ ਵੱਖਰੀ ਵੱਡੀ ਡਿਊਟੀ ਰੱਬ ਨੇ ਮੈਨੂੰ ਦਿੱਤੀ ਹੈ। ਮੈਂ ਧੰਨਵਾਦੀ ਇਹਨਾਂ ਸਾਰਿਆਂ ਦਾ। ਸਤਿ ਸ਼੍ਰੀ ਅਕਾਲ, ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ।
ਅਕਸਰ ਕਿਹਾ ਜਾਂਦਾ ਹੈ ਕਿ ਸਿਆਸਤ ਹੈਗੀ ਜਿਹੜੀ ਸੱਤਾ ਹੈਗੀ, ਸੱਤਾ ਦਾ ਨਸ਼ਾ ਜਿਹੜਾ ਉਹ ਹਰ ਇੱਕ ਇਨਸਾਨ ਤੋਂ ਸੰਭਾਲਿਆ ਨਹੀਂ ਜਾਂਦਾ। ਇਸ ਦੀਆਂ ਕਈ ਉਦਾਹਰਨਾਂ ਆਪਾਂ ਦੇਖ ਵੀ ਚੁੱਕੇ ਹਾਂ, ਲੇਕਿਨ ਅੱਜ ਕੱਲ੍ਹ ਜਿਹੜਾ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਲੁਧਿਆਣਾ ਸ਼ਹਿਰ। ਗੱਲ ਕਰ ਲਈਏ ਬੈਂਸ ਭਰਾਵਾਂ ਦੀ ਜਾਂ ਫਿਰ ਭਾਰਤ ਭੂਸ਼ਣ ਆਸ਼ੂ ਦੀ, ਤਾਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਭਾਰਤ ਭੂਸ਼ਣ ਆਸ਼ੂ ਜੋ ਕਿ ਬੜੀ ਚਰਚਾ ਦੇ ਵਿੱਚ ਆਏ ਸੀ ਕਿਉਂਕਿ ਉਹਨਾਂ ਵੱਲੋਂ ਡੀਐਸਪੀ ਬਲਵਿੰਦਰ ਸੇਖੋਂ ਸਾਹਿਬ ਦੇ ਨਾਲ ਕੁਝ ਗੱਲਬਾਤ ਕੀਤੀ ਗਈ ਸੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਉਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆਏ। ਅਕਸਰ ਹੀ ਆਪਣੀ ਜਿਹੜੀ ਬਦਕਲਾਮੀ ਹੈਗੀ ਆ ਉਸ ਨੂੰ ਲੈ ਕੇ ਚਰਚਾ ਦੇ ਵਿੱਚ ਰਹੇ, ਲੇਕਿਨ ਅੱਜ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਆਖਿਰ ਇਹ ਰਾਜਨੀਤਿਕ ਲੋਕ ਹੈਗੇ ਨੇ ਜਿਹੜੇ ਇਹਨਾਂ ਨੂੰ ਸੱਤਾ ਦਾ ਇੰਨਾ ਹੰਕਾਰ ਕਿਉਂ ਹੋ ਜਾਂਦਾ। ਸੇਖੋਂ ਸਾਹਿਬ ਸਵਾਗਤ ਹੈ ਜੀ ਟੀਵੀ ਪੰਜਾਬ ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੇਖੋਂ ਸਾਹਿਬ, ਅਕਸਰ ਜਿਹੜੇ ਸਿਆਸੀ ਲੋਕ ਹੁੰਦੇ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਹੰਕਾਰ ਕਿਉਂ ਹੋ ਜਾਂਦਾ ਕਿ ਇਹ ਆਮ ਲੋਕ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਇਹ ਕੁਰਸੀਆਂ ਦੇ ਉੱਤੇ ਬੈਠਦੇ ਨੇ ਉਹਨਾਂ ਨੂੰ ਹੀ ਬੰਦੇ ਸਮਝਣ ਤੋਂ ਹਟ ਜਾਂਦੇ ਨੇ? ਅਸੀਂ ਆਮ ਲੋਕ ਜਿਹੜੇ ਹੈਗੇ ਆ ਆਪਣੀ ਜਿਹੜੀ ਪਾਵਰ ਭੁੱਲ ਚੁੱਕੇ ਆ। ਅਸੀਂ ਆਪਣੀ ਵੋਟ ਦੀ ਤਾਕਤ ਜਿਹੜੀ ਹੈ ਉਹਦਾ ਜਿਹੜਾ ਪ੍ਰਭਾਵ ਹੈ ਉਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਜਿਹੜੇ 2-2 ਟਕੇ ਦੇ ਆਦਮੀ ਤੁਹਾਡੀ ਵੋਟ ਲੈ ਕੇ ਅੱਜ ਜੇ ਤੁਹਾਡੇ ਤੇ ਉਹ ਮਾਲਕ ਬਣ ਕੇ ਬੈਠੇ ਤਾਂ ਉਹਦੇ ਮਾਲਕ ਅਸਲ ਦੇ ਵਿੱਚ ਕੌਣ ਹੋ? ਉਹ ਅਸੀਂ ਹੈਗੇ ਆ। ਅਸੀਂ ਇਹਨਾਂ ਗੱਲਾਂ ਨੂੰ ਭੁੱਲ ਗਏ ਆ। ਇਹਨਾਂ ਲੋਕਾਂ ਦੀਆਂ ਬੈਕਗ੍ਰਾਉਂਡਸ ਜਿਹੜੀਆਂ ਹੈਗੀਆਂ ਬੜੀਆਂ ਸਧਾਰਨ ਤੇ ਸਧਾਰਨ ਤੋਂ ਵੀ ਜ਼ਿਆਦਾ ਥੱਲੇ ਲੈਵਲ ਦੀਆਂ ਹੈਗੀਆਂ। ਕ੍ਰਿਮੀਨਲ ਰਿਕਾਰਡ ਹੈਗੇ ਆ। ਜਦੋਂ ਇਹੋ ਜਿਹੇ ਬੰਦਿਆਂ ਕੋਲ ਪਾਵਰ ਆਊਗੀ ਤੇ ਉਹਨਾਂ ਨੇ ਉਹ ਕੁਛ ਕਰਨਾ ਜੋ ਉਹਨਾਂ ਦਾ ਬੇਸਿਕ ਕਰੈਕਟਰ ਹੁੰਦਾ। ਕਿ ਕੋਈ ਇਹਨਾਂ ਨੂੰ ਆਪਾਂ ਕਿਹਾ ਨਹੀਂ ਜਾ ਸਕਦਾ ਕਿ ਮਤਲਬ ਇਹ ਇਸ ਤਰ੍ਹਾਂ ਦੇ ਕਿਉਂ ਹੋ ਜਾਂਦੇ ਆ। ਇਹ ਕਹਿਣਾ ਇਹ ਚਾਹੀਦਾ ਕਿ ਅਸੀਂ ਇਹੋ ਜਿਹੇ ਲੋਕਾਂ ਨੂੰ ਕਿਉਂ ਚੁਣ ਲੈਂਦੇ ਆ। ਤੋ ਵੱਡਾ ਜਿਹੜਾ ਹੈਗਾ ਹੈ ਇੱਕ ਇਹਦੇ ਚ ਸਵਾਲ ਪੈਦਾ ਹੁੰਦਾ ਉਹ ਇਹ ਇਹਨਾਂ ਦੀ ਚੋਣ ਦਾ ਹੈਗਾ, ਉਹ ਸਾਡੇ ਸਮਾਜ ਦਾ ਹੈਗਾ, ਉਹ ਸਾਡਾ ਹੈਗਾ। ਅਸੀਂ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ, ਅਸੀਂ ਇਹਨਾਂ ਨੂੰ ਪੈਦਾ ਕਰਦੇ ਹਾਂ, ਫਿਰ ਇਹਨਾਂ ਦੇ ਧੱਕੇ ਚੱਲਦੇ ਆ, ਇਹਨਾਂ ਨੂੰ ਮੌਕਾ ਦਿੰਦੇ ਆ ਕਿ ਛੋਟੇ ਭਾਂਡੇ ਜਿਹੜੇ ਹੈਗੇ ਇਹ ਉਛਲਣ, ਇਹਨਾਂ ਦੇ ਚੱਕੜ ਸਾਡੇ ਸਿਰਾਂ 'ਚ ਪੈਣ, ਫਿਰ ਅਸੀਂ ਤਕਲੀਫ ਮੰਨੀਏ। ਸੋ ਇਹ ਜਿਹੜੀ ਇੱਕ ਉਦਾਹਰਨ ਹੈਗੀ ਹੈ ਭਾਰਤ ਭੂਸ਼ਣ ਆਸ਼ੂ ਵਾਲੀ, ਸਾਰੇ ਹੀ ਇਸ ਤਰ੍ਹਾਂ ਦੇ ਹੈਗੇ ਆ। ਕਿਸੇ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ। ਕੋਈ ਚੰਗਾ ਤੁਹਾਨੂੰ ਲੱਗਦਾ ਹੋਵੇ ਤਾਂ ਤੁਸੀਂ ਦੱਸ ਦਿਆ ਜੇ, ਮੈਂ ਤੁਹਾਨੂੰ ਉਹਦਾ ਜਵਾਬ ਦੇ ਦੂੰਗਾ। ਇਹਦੇ 'ਚ ਵੱਖਰਾ ਸਿਰਫ ਇੰਨਾ ਹੈ ਕਿ ਇਹਦਾ ਜਿਹੜਾ ਜ਼ੁਬਾਨ ਰਸ ਜਿਹੜਾ ਹੈਗਾ ਉਹ ਜ਼ਿਆਦਾ ਜਿਹੜਾ ਦੂਜਿਆਂ ਨਾਲੋਂ ਵੱਖਰਾ ਹੈ। ਕੁਝ ਲੋਕ ਮਿੱਠੇ ਹੁੰਦੇ ਆ, ਉਹ ਨੀਵੇਂ ਹੋ ਕੇ ਲੁੱਟ ਲੈਂਦੇ ਆ। ਉਹਨਾਂ ਦੀ ਜਿਹੜੀ ਠੱਗੀ ਹੈ ਲੰਬੇ ਸਮੇਂ ਤੱਕ ਚੱਲ ਜਾਂਦੀ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਪਰਿਵਾਰ ਦੀ ਚੱਲ ਗਈ, ਕੈਪਟਨ ਵਰਗਿਆਂ ਦੀਆਂ ਚੱਲ ਗਈਆਂ ਨਾ, ਕਿਉਂਕਿ ਇਹਨਾਂ ਕੋਲ ਵੱਡੇ ਪਲੇਟਫਾਰਮ ਸੀਗੇ। ਅਦਰਵਾਈਜ਼ ਜਿਹੜੇ ਇਹ ਲੋਕ ਹੈਗੇ ਆ ਜਿਹੜੇ ਜਮਾਂ ਛੋਟੇ ਭਾਂਡੇ, ਤੁਸੀਂ ਸਿਮਰਜੀਤ ਬੈਂਸ ਹੋਰਾਂ ਦਾ ਨਾਮ ਲਿਆ ਸੀਗਾ, ਇਹ ਬਹੁਤ ਥੱਲੇ ਲੈਵਲ ਦੀ ਪੋਲਿਟਿਕਸ 'ਚ ਉੱਠੇ ਹੋਏ ਇੱਕ ਗੰਦੀ ਨਾਲੀ ਦੇ ਕੀੜਿਆਂ ਵਰਗੇ ਲੋਕ ਨੇ, ਜਿਨ੍ਹਾਂ ਨੂੰ ਕਿ ਅਸੀਂ ਲੋਕਾਂ ਨੇ ਭੁਲੇਖੇ ਵਿੱਚ ਚੱਕ ਕੇ ਆਪਣੇ ਸਿਰਾਂ ਦੇ ਤਾਜ ਬਣਾ ਲਿਆ। ਤੇ ਫਿਰ ਜਦੋਂ ਕਹਿੰਦੇ ਕੁੱਤਾ ਰਾਜ ਬਹਾਰੀਏ ਤਾਂ ਚੱਕੀ ਚੱਟੇ, ਇਹ ਕਹਾਵਤ ਬਹੁਤ ਆਪਣੇ ਪੰਜਾਬ 'ਚ ਮਸ਼ਹੂਰ ਹੈ। ਤੇ ਇਹ ਉਹ ਕੁੱਤੇ ਰਾਜ ਬਹਾਏ ਹੋਏ ਆ। ਕੁੱਤਾ ਲਫ਼ਜ਼ ਜਿਹੜਾ ਇਹਨਾਂ ਨੂੰ ਕਹਿਣਾ, ਕੁੱਤੇ ਦੀ ਤੋਹੀਨ ਕਰਨਾ। ਕੁੱਤਾ ਸਾਡੇ ਤੋਂ ਕਿਤੇ ਅੱਗੇ ਹੈ, ਵਫਾਦਾਰ ਹੈ, ਉਹਦੇ 'ਚ ਬਹੁਤ ਗੁਣ ਨੇ। ਇਹਨਾਂ ਲੋਕਾਂ ਵਿੱਚ ਤਾਂ ਉਹ ਹੈ ਹੀ ਨਹੀਂ। ਤਾਂ ਤੁਲਨਾ ਕਰਨੀ ਪੈਂਦੀ ਆ, ਦੁੱਖ ਹੁੰਦਾ ਕਈ ਵਾਰੀ। ਉਹ ਸਾਡੀ ਆਪਣੀ ਚੋਣ ਨੂੰ ਜਿਹੜਾ ਹੈਗਾ ਮੈਂ ਕੁਐਸਚਨ ਕਰਦਾ। ਸਾਨੂੰ ਜਾਗਣ ਦੀ ਜਿਹੜੀ ਗੱਲ ਆ ਲੋੜ ਹੈ। ਇਹ ਤਾਂ ਸਾਰੇ ਹੀ ਇਹੋ ਜਿਹੇ ਹੈ। ਦੋਨੋਂ ਪਾਰਟੀਆਂ ਨੇ ਪੰਜਾਬ ਦੀ ਜੋ ਬਰਬਾਦੀ ਕੀਤੀ ਹੈ ਤੁਹਾਡੇ ਸਾਹਮਣੇ ਹੈਗੀ ਹੈ। ਤੀਜੀ ਪਾਰਟੀ ਜਿਹੜੀ ਹੈਗੀ ਹੈ 5 ਮਹੀਨਿਆਂ ਵਿੱਚ ਕੋਈ ਵਰਣਨਯੋਗ ਗੱਲ ਨਹੀਂ ਕਹੀ ਜਾ ਸਕਦੀ ਕਿ ਇਹ ਠੀਕ ਚੱਲ ਰਹੇ ਆ। ਤਕਰੀਬਨ ਉਹਨਾਂ ਦੇ ਪੂਰਨੇ ਤੇ ਚੱਲ ਰਹੇ ਆ। ਆਹ ਕੰਮ ਠੀਕ ਕੀਤਾ, ਇਹਨੂੰ ਠੀਕ ਕਹਿ ਰਹੇ ਆ। ਇਹਨੂੰ ਠੀਕ ਕਿੱਥੇ ਲੈ ਕੇ ਜਾਣਗੇ? ਫੜ ਲੈਣਾ ਤਾਂ ਕੋਈ ਉਹ ਨਹੀਂ ਹੁੰਦਾ। ਇਹਦੇ ਤਾਂ ਸਾਰਾ ਕੰਮ ਹੀ ਅੱਗੇ ਖੜਾ ਹੈ। ਸਾਰੇ ਦਾ ਸਾਰਾ ਜਿਹੜਾ ਪ੍ਰੋਸੀਕਿਊਸ਼ਨ ਦਾ ਸਿਸਟਮ ਹੈਗਾ, ਅੱਗੇ ਕੋਰਟ ਦੇ ਵਿੱਚ ਕੇਸ ਕਿਵੇਂ ਪ੍ਰੋਡਿਊਸ ਕਰਨੇ ਆ। ਪਹਿਲਾਂ ਤਾਂ ਇਹਨਾਂ ਨੇ ਗੁੰਡਾਗਰਦੀ ਦੇ ਨਾਲ ਜਿਹੜਾ ਬਹੁਤ ਵੱਡੀ ਇੱਕ ਮਦਦ ਉਹਦੀ ਕਰ ਦਿੱਤੀ ਕਿ ਜਦੋਂ ਇਹਨਾਂ ਨੇ ਉਹਨੂੰ ਆਪਣੇ ਡਿਟੇਨ ਕਰ ਲਿਆ, ਸਾਡੇ ਪੁਲਿਸ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਧੱਕੇ ਵੀ ਮਾਰੇ, ਚੋਰ ਵੀ ਕਿਹਾ, ਉਹਦੇ ਨਾਲ ਅੱਧਾ ਪੌਣਾ ਘੰਟਾ ਬਹਿਸ ਕੀਤੀ। ਉਹ ਸਮਾਂ ਸੀਗਾ ਜਦੋਂ ਕਿ ਇਹਨੂੰ ਅਰੈਸਟ ਕਰਕੇ ਇਹਦੇ ਘਰ ਲਿਜਾ ਕੇ ਇਹਦੇ ਘਰੋਂ ਕੋਈ ਬਹੁਤ ਜ਼ਰੂਰੀ ਡਾਕੂਮੈਂਟ ਬਰਾਮਦ ਕਰਨ ਦਾ। ਉਹ ਵਿਜੀਲੈਂਸ ਦੇ ਦਫ਼ਤਰ ਗਏ, ਉੱਥੇ ਜਾ ਕੇ ਮਗਰ ਜਾ ਕੇ ਇਹਨਾਂ ਨੇ ਜਲੂਸ ਕੱਢਿਆ। ਇਨ ਦੀ ਮੀਨ ਟਾਈਮ 3-4 ਘੰਟਿਆਂ ਦਾ ਮੌਕਾ ਜਦੋਂ ਮਿਲ ਗਿਆ ਤਾਂ ਇੱਕ ਬਹੁਤ ਵੱਡੇ ਜਿਹੜੇ ਟੈਚੀ ਭਰ ਕੇ ਜਿਹੜਾ ਕਾਗਜ਼ਾਂ ਦਾ ਆਸ਼ੂ ਦੇ ਘਰੋਂ ਉਹਦਾ ਜਿਹੜਾ PA ਜਿਹੜਾ ਇੰਦੀ ਹੈਗਾ ਉਹ ਲੈ ਕੇ ਭੱਜਣ ਵਿੱਚ ਸਫਲ ਹੋ ਗਿਆ। ਹਾਲਾਂਕਿ ਟਰੈਕ ਹੋ ਗਿਆ ਸਾਰਾ, ਉਹ ਭਗੌੜਾ ਹੁਣ ਉਹ ਕਿੰਨਾ ਦਿਨ ਭੱਜੂਗਾ। ਪਰ ਉਹ ਚੀਜ਼ਾਂ ਜਿਹੜੀਆਂ ਉਸ ਟਾਈਮ ਮਿਲ ਸਕਦੀਆਂ ਸੀਗੀਆਂ, ਉਹ ਜਿਹੜੀਆਂ ਹੁਣ ਗਾਂ ਜਿਹੜੀਆਂ ਉਹ ਮਿਲਣੀਆਂ ਮੁਸ਼ਕਿਲ ਹੈਗੀਆਂ। ਠੀਕ ਹੈ, ਉਹਨੂੰ ਸਾੜ ਦੇਣਗੇ, ਹੋਰ ਕੋਈ ਤਰੀਕਾ ਕਰ ਦੇਣਗੇ। ਇੱਕ ਬਹੁਤ ਵੱਡਾ ਕੰਮ ਜਿਹੜਾ ਰਵਨੀਤ ਬਿੱਟੂ ਨੇ ਜਿਹੜਾ ਤਫਤੀਸ਼ ਦੇ ਵਿੱਚ ਪਾਇਆ, ਇੱਕ ਕੇਸ ਦਾ ਉੱਤੇ ਬਣਦਾ ਹੀ ਬਣਦਾ ਕਿ ਜਿਹੜਾ ਉਹਨੇ ਜਿਹੜਾ ਮੁਲਾਜ਼ਮਾਂ ਦੇ ਕੰਮ ਕਰਨ ਦੇ ਜਿਹੜਾ ਉਹਦੇ 'ਚ ਵਿਘਨ ਪਾਇਆ। ਦੂਸਰਾ ਜਿਹੜੇ ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦਾ ਇੱਕ ਇਲਜ਼ਾਮ ਜਿਹੜਾ ਉਹ ਕੇਸ ਵੀ ਜਿਹੜਾ ਉਹਦੇ ਤੇ ਬਣਦਾ। ਮੈਂ ਕੱਲ ਗਿਆ ਸੀਗਾ SEBI ਦਫ਼ਤਰ, ਬੇਨਤੀ ਕਰਕੇ ਆਏ ਸੀ ਵੀ ਇੱਕ ਧਰਨਾ ਚੁਕਵਾਓ ਇਹਨਾਂ ਦਾ ਤੇ ਇਹਨਾਂ ਦੇ ਕੇਸ ਰਜਿਸਟਰ ਕਰੋ। ਦੂਜਾ ਰਵਨੀਤ ਬਿੱਟੂ ਦੇ ਪਰਚਾ ਦਰਜ ਕਰੋ। ਧਰਨਾ ਚੱਕਿਆ ਗਿਆ ਹੈ, ਕੇਸ ਦਰਜ ਨਹੀਂ ਹੋਇਆ। ਜਿਹੜਾ ਧਰਨਾ ਚੱਕਿਆ ਕਿਉਂਕਿ ਜ਼ਿਲ੍ਹਾ ਪਰਿਸ਼ਦ ਦੀ ਜਗ੍ਹਾ ਸੀਗੀ, ਉੱਥੇ ਬਿਜਲੀ ਚੋਰੀ ਕਰਕੇ ਇਹਨਾਂ ਨੇ 144 ਧਾਰਾ ਦੀ ਉਲੰਘਣਾ ਕੀਤੀ। ਉਹ ਇਹਨਾਂ ਤੇ ਕੇਸ ਦਰਜ ਕਰਨਾ ਬਣਦਾ ਹੈ। ਇੱਕ ਤਾਂ ਉਹ ਪਰਚਾ ਦਰਜ ਹੋਊਗਾ ਰਵਨੀਤ ਬਿੱਟੂ ਤੇ, ਜਿਹੜਾ ਕੰਮ 'ਚ ਵਿਘਨ ਪਾਉਣ ਤੋਂ ਇਲਾਵਾ ਜਿਹੜਾ ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦਾ ਜਿਹੜਾ ਮੁਕੱਦਮਾ ਦਰਜ ਹਰ ਹਾਲਤ ਵਿੱਚ ਹੋਣਾ ਚਾਹੀਦਾ। ਨਹੀਂ ਹੋਊਗਾ ਤਾਂ ਕਰਾਵਾਂਗੇ। ਹੁਣ ਸਾਨੂੰ ਵੱਲ ਆਇਆ ਹੋਇਆ, ਹੁਣ ਅਸੀਂ ਇਹਨਾਂ ਦੀਆਂ ਮਿੰਨਤਾਂ ਨਹੀਂ ਕਰਦੇ। ਇਹ ਜਿਹੜਾ 1.5 ਸਾਲ ਧਰਨਾ ਲਾ ਕੇ ਬੈਂਸ ਜੇਲ੍ਹ ਵਿੱਚ ਭੇਜੇ ਹੈ,
ਇਹਦੇ ਖਿਲਾਫ ਲੜ ਕੇ ਆਸ਼ੂ ਦੇ ਇੱਕ ਮਤਲਬ ਉਹਨੂੰ ਉਹਦੇ ਅੰਜਾਮ ਤੇ ਲੈ ਕੇ ਆਂਦਾ ਤੇ ਅਗਲਾ ਟਾਰਗੇਟ ਤੁਹਾਨੂੰ ਮੈਂ ਦੱਸ ਰਿਹਾ ਕਿ ਪਹਿਲਾ ਪਰਚਾ ਰਵਨੀਤ ਬਿੱਟੂ ਤੇ ਹੋਊਗਾ। ਬਾਕੀ ਮੈਂ ਆਪਣੀ ਅੱਜ ਪੋਸਟ ਲਿਖੀ ਹੋਈ ਹੈ, ਉਹਦੇ ਜਿਹੜੇ ਅਗਲੇ ਕੈਂਡੀਡੇਟ ਹੈ, ਸੰਦੀਪ ਸੰਧੂ ਹੈ, ਸੁਖਜਿੰਦਰ ਰੰਧਾਵਾ ਹੈਗਾ, ਰਾਜਾ ਵੜਿੰਗ ਹੈਗਾ, ਉਹਨਾਂ ਬਾਰੇ ਜਿਹੜਾ ਹੈ ਅਗਲੀ ਕਾਰਵਾਈ ਬਾਅਦ ਵਿੱਚ ਲਿਆਂਦੀ ਜਾਊਗੀ। ਪਹਿਲਾ ਕੰਮ ਜਿਹੜਾ ਸਾਡਾ ਰਵਨੀਤ ਬਿੱਟੂ ਦੇ ਪਰਚਾ ਜਿਹੜਾ ਦਰਜ ਕੱਲ ਤੱਕ ਨਾ ਕੀਤਾ ਇਹਨਾਂ ਨੇ ਤੇ ਧਰਨਾ ਲਾਵਾਂਗੇ ਉਦੋਂ ਤੱਕ ਜਦੋਂ ਤੱਕ ਇਹ ਪਰਚਾ ਦਰਜ ਨਹੀਂ ਹੁੰਦਾ। ਸਿੱਖੋ ਸਾਹਿਬ, ਰਵਨੀਤ ਬਿੱਟੂ ਦਾ ਕੀ ਇੰਟਰਸਟ ਦੇਖਦੇ ਹੋ? ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਵੀ ਮਹਿਕਮੇ ਦੇ ਬਾਰੇ ਕਾਫੀ ਜਾਣਕਾਰੀ ਹੈਗੀ ਹੈ, ਕਿਉਂਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਹੋਣ ਵਾਲੀ ਹੈ। ਰਵਨੀਤ ਬਿੱਟੂ ਦਾ ਕੀ ਇੰਟਰਸਟ ਹੈਗਾ ਕਿ ਉਹ ਚੱਲ ਕੇ ਆਉਂਦੇ ਨੇ, ਫਿਰ ਬਹਿਸਬਾਜ਼ੀ ਵੀ ਕਰਦੇ ਨੇ, ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਂਦੇ ਨੇ, ਲੇਕਿਨ ਅਫਸਰਸ਼ਾਹੀ ਹੈ ਜਿਹੜੀ ਉਹ ਮੈਂ ਕਰਦੀ ਨਜ਼ਰ ਆਉਂਦੀ ਹੈ। ਕੋਈ ਠੋਸ ਕਹਿ ਲਈਏ ਕਿ ਜ਼ਰੂਰਤ ਵਾਲੀ ਗੱਲ ਕਿਸੇ ਵੱਲੋਂ ਨਹੀਂ ਕੀਤੀ ਗਈ, ਤਾਂ ਕੀ ਲੱਗਦਾ ਹੈ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਢਿੱਲ ਛੱਡੀ ਗਈ? ਰਵਨੀਤ ਬਿੱਟੂ ਜਿਹੜਾ ਕਾਂਗਰਸ ਨੇ ਪਿੱਛੇ ਲੁੱਟ ਮਚਾਈ ਸੀ ਪਿਛਲੇ 5 ਸਾਲਾਂ ਚ, ਆਸ਼ੂ ਨੇ ਜਿਹੜੀ ਹੈਗੀ ਉਹਦੇ ਜਿਹੜੇ ਟੁਕੜੇ ਸਿੱਟਦਾ ਰਿਹਾ, ਫਿਰ ਮੈਨੂੰ ਕੁੱਤਾ ਲਫ਼ਜ਼ ਯੂਜ਼ ਕਰਨਾ ਪੈਂਦਾ, ਮਾਫੀ ਮੰਗਦਾ। ਉਹ ਟੁਕੜਿਆਂ ਦੇ ਜਿਹੜੇ ਖਾਣ ਵਾਲੇ ਕੁੱਤੇ ਕੁਛ ਪਾਲੇ ਹੋਏ, ਉਹਨਾਂ ਚ ਇੱਕ ਰਵਨੀਤ ਬਿੱਟੂ ਵੀ ਹੈ। ਜਦੋਂ ਟੁਕੜੇ ਨੂੰ ਘੱਟ ਪੈਂਦੇ ਫਿਰ ਉਦੋਂ ਭੌਂਕਦੇ ਵੀ ਹੈ, ਲੜਦੇ ਵੀ ਰਹੇ ਆਪਸ ਚ, ਕਿਉਂਕਿ ਲੁਧਿਆਣੇ ਤੋਂ MP ਹੈਗਾ, ਕਲੇਮ ਵੀ ਕਰਦਾ ਬਹੁਤ ਹੈ। ਪਰ ਕਲੇਮ ਤਾਂ ਇਹਨਾਂ ਦਾ ਸਭ ਤੋਂ ਵੱਡਾ ਹੈਗਾ ਕਿ ਇੱਕ ਬੁੱਚੜਾਂ ਦੇ ਪਰਿਵਾਰ ਨੂੰ ਬਿਲੋਂਗ ਕਰਦਾ ਹੈ, ਠੀਕ ਹੈ। ਇੱਕ ਨੂੰ ਮੰਤਰੀ ਬਣਾਤਾ ਸੀ, ਠੀਕ ਹੈ, ਉਹਨੇ ਫੈਕਟਰੀ ਲਾ ਲਈ ਉੱਥੇ ਪਾਇਲ ਦੇ ਵਿੱਚ ਸ਼ਰਾਬ ਦੀ, ਜਿਹਦੇ ਵਿੱਚ ਜਿਹੜੇ ਤਰਨ ਦੀਆਂ ਮੌਤਾਂ ਦੇ ਡਾਇਰੈਕਟ ਜ਼ਿੰਮੇਵਾਰ ਹੈਗੇ। ਮੈਂ ਅੱਗੇ ਖੁੱਲ੍ਹ ਕੇ ਨਹੀਂ ਬੋਲਦਾ, ਕੱਲ੍ਹ ਵਾਲੀ ਕਿਤੇ 2 ਲਫ਼ਜ਼ ਬੋਲਿਆ, ਅੱਜ ਮੈਂ ਜਵਾਬ ਦੱਸਣਾ ਚਾਹੁੰਦਾ ਕਿ ਉਹ ਜਿਹੜੇ ਪਾਰਟਨਰ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਆ, ਉਹ ਕਿਸੇ ਨਾ ਕਿਸੇ ਰੂਪ ਵਿੱਚ ਕੁਛ ਕਾਰਨਾਂ ਕਰਕੇ, ਅੱਜ ਮੈਂ ਨਾਮ ਨਹੀਂ ਲੈਣਾ, ਉਹ ਸਭ ਤੋਂ ਵੱਡੀ ਫੈਕਟਰੀ ਜਿਹੜੀ ਗੁਰਕੀਰਤ ਕੋਟਲੀ ਸਾਹਿਬ, ਤੁਸੀਂ ਆਉਣ ਵਾਲੇ ਸਮੇਂ 'ਚ ਤਿਆਰੀ ਰੱਖੋ। ਤੁਹਾਡਾ ਵੀ ਜਿਹੜਾ ਤੇੜ ਦਾ ਨੰਗ ਖੋਲ੍ਹਦੇ ਕਿ ਤੁਸੀਂ ਕਿੰਨੀਆਂ ਮੌਤਾਂ ਦੇ ਜ਼ਿੰਮੇਵਾਰ ਹੋ, ED ਦੇ ਵਿੱਚ ਤੁਹਾਡੇ ਖਿਲਾਫ ਕੀ ਲਿਖਿਆ ਹੋਇਆ ਤੇ ਜਿਹੜਾ ਤੁਸੀਂ ਇੱਕ ਪੂਰੀ ਦੀ ਪੂਰੀ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਅੱਤਵਾਦ ਦੇ ਵਿੱਚ ਤੁਹਾਡੇ ਦਾਦਾ ਜੀ ਨੂੰ ਬੇਅੰਤਾ ਬੁੱਚੜ ਕਿਹਾ ਜਾਂਦਾ, ਉਹਦੀ ਅਗਵਾਈ ਵਿੱਚ ਖਤਮ ਕੀਤਾ ਗਿਆ, ਉਹਨੂੰ ਵੀ ਲੋਕ ਨਹੀਂ ਭੁੱਲੇ। ਜਸਵੰਤ ਸਿੰਘ ਖਾਲੜੇ ਵਰਗੇ ਬੰਦੇ ਜਿਹੜੇ ਉਹਨਾਂ ਲਾਸ਼ਾਂ ਦੀਆਂ ਪੈਰਵਾਈਆਂ ਕਰਦੇ ਜਿਹੜੇ ਹੈਗੇ ਆ, ਗਾਇਬ ਕਰ ਦਿੱਤੇ ਗਏ, ਉਹਨਾਂ 'ਚ ਵੀ ਇਹਨਾਂ ਪਰਿਵਾਰਾਂ ਦਾ ਯੋਗਦਾਨ ਹੈ, ਠੀਕ ਹੈ। ਤਾਂ ਇਸ ਕਰਕੇ ਜਦੋਂ ਵੀ ਕਿਤੇ ਇਹਨਾਂ ਨੂੰ ਇਹੋ ਜਿਹੀ ਤਕਲੀਫ ਹੁੰਦੀ ਹੈ, ਮੈਂ ਇਹ ਮੇਰਾ ਵਿਸ਼ਾ ਨਹੀਂ ਹੈ ਕਿ ਰਾਜੋਆਣਾ ਵਾਲੇ ਮਾਮਲਿਆਂ 'ਚ ਜਦੋਂ ਕੋਈ ਗੱਲਬਾਤ ਸਿੱਖੀ ਦੀ ਗੱਲ ਹੁੰਦੀ ਹੈ, ਫਿਰ ਇਹ ਬਿਲਕੁਲ ਖੁੱਲ੍ਹ ਕੇ ਬੋਲਦੇ ਆ। ਇਹਨਾਂ ਨੂੰ ਮਤਲਬ ਜੈਡ ਸਿਕਿਉਰਟੀਆਂ ਮਿਲੀਆਂ ਹੋਈਆਂ, ਦੇਖੋ ਕਰਤੂਤਾਂ ਦੇਖੋ ਇਹਨਾਂ ਦੀਆਂ, ਤੇ ਜੈਡ ਸਿਕਿਉਰਟੀਆਂ। ਉਹ ਮੁਲਾਜ਼ਮਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਉਹ ਨਹੀਂ ਦੇਖਦੇ ਜਿਹੜੇ ਇਹਨਾਂ ਦੇ ਨਾਲ ਹੁੰਦੇ, ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਕਰ ਕੀ ਰਹੇ ਹੋ, ਤੁਸੀਂ ਇੱਕ ਪੁਲਿਸ ਦੇ ਗਲ ਪੈ ਰਹੇ ਹੋ, ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚ। ਤਾਂ ਮੈਂ ਅੱਗੇ ਵੀ ਕਿਹਾ ਸੀ ਕਿ ਚੰਗੀ ਕਿਸਮਤ ਹੈ ਕਿ ਮੇਰੇ ਵਰਗਾ ਬੰਦਾ ਉਸ ਜਾਂਚ ਟੀਮ ਦਾ ਮੈਂਬਰ ਨਹੀਂ ਸੀਗਾ, ਨਹੀਂ ਤਾਂ ਇਹਨਾਂ ਦੇ ਟੱਬਰ ਨੂੰ ਪਤਾ ਲੱਗਣਾ ਸੀਗਾ ਕਿ ਪੁਲਿਸ ਦੇ ਕੰਮ ਕਾਜ ਵਿੱਚ ਦਖਲ ਕਰਨ ਜਿਹੜਾ ਗਲਤ ਦਖਲਅੰਦਾਜ਼ੀ ਹੈ, ਉਹਦਾ ਕੀ ਖਮਿਆਜਾ ਭੁਗਤਿਆ ਜਾ ਸਕਦਾ। ਸੇਖੋ ਸਾਹਿਬ, ਤੁਸੀਂ ਲੰਮਾ ਸਮਾਂ ਪੁਲਿਸ ਵਿਭਾਗ ਦੇ ਵਿੱਚ ਰਹੇ ਹੋ, ਕੀ ਕਾਰਨ ਸਮਝਦੇ ਹੋ ਕਿ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਹੈਗੇ ਨੇ, ਇਹਨਾਂ ਲੋਕਾਂ ਦੇ ਅੱਗੇ ਇਸ ਤਰ੍ਹਾਂ ਦੇ ਨਾਲ ਕਿਉਂ ਝੁਕਦੇ ਰਹੇ? ਆਖਰ ਕੀ ਕਾਰਨ ਹੈਗਾ? ਕੀ ਕਰਪਸ਼ਨ, ਇਸ ਦੇ ਪਿੱਛੇ ਕਰਪਸ਼ਨ ਹੈਗੀ ਹੈ, ਜਾਂ ਫਿਰ ਆਖਿਰ ਕਾਰਨ ਕੀ ਸਮਝਦੇ ਹੋ ਤੁਸੀਂ ਕਿ ਪੁਲਿਸ ਇਹਨਾਂ ਦੇ ਦਬਾਅ ਦੇ ਵਿੱਚ ਕੰਮ ਕਰਦੀ ਹੈ? ਲੰਮੇ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਕਿ ਆਖਰ ਇਹ ਰਾਜਨੀਤਿਕ ਦਬਾਅ ਜਿਹੜਾ ਉਹ ਕਦੋਂ ਖਤਮ ਹੋਏਗਾ? ਕਰਪਸ਼ਨ ਤੇ ਕੁਰਸੀ ਦੀ ਭੁੱਖ, ਦੋਨੋਂ ਚੀਜ਼ਾਂ ਜਿਹੜੀਆਂ ਉੱਪਰਲੇ ਲੈਵਲ ਤੱਕ ਅੱਜ ਤੱਕ ਜਿਹੜੀ ਰਾਜਨੀਤੀ ਹੋਈ ਹੈ, ਜਾਂ ਜਿਸ ਤਰ੍ਹਾਂ ਦਾ ਸਿਸਟਮ ਦਿੱਤਾ ਗਿਆ, ਉਹਦੇ ਵਿੱਚ ਸਿਵਲ ਦੇ ਮਹਿਕਮੇ ਵਿੱਚ ਤਹਿਸੀਲਦਾਰ, ਕਿਤੇ ਇੱਕ SDM, ਤੇ ਸਾਡੇ ਪੁਲਿਸ ਦੇ ਮਹਿਕਮੇ ਵਿੱਚ ਇੰਸਪੈਕਟਰ ਤੱਕ, ਕਿਤੇ ਸਾਡੇ ਵਰਗਾ, ਮੇਰੇ ਵਰਗਾ ਕੋਈ DSP, ਤੇ ਇਹ ਇਸ ਤੋਂ ਵੱਧ ਮਤਲਬ ਉੱਪਰ ਜਿਹੜੀ ਕੋਈ ਸਭ ਸਾਫ ਸੁਥਰੇ ਪਾਕ ਬੈਠੇ ਹੈ। ਜੋ ਕਰਪਸ਼ਨ ਤੇ ਜੋ ਗਲਤ ਚੀਜ਼ਾਂ ਸਾਰੀਆਂ ਥੱਲੇ ਹੈ। ਇਹ ਵਿਚਾਰੇ ਬਹੁਤ ਚੰਗੇ ਹੈ, ਇਹ ਫੜਦੇ ਆ, ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਬਣਦੇ, ਮੇਰੇ ਨਾਲ ਪੁਲਿਸ ਦੇ ਪਰਿਵਾਰ ਦੇ ਕੋਈ 250-300 ਬੰਦਾ ਜਿਹੜੇ ਡਿਸਮਿਸ ਕੀਤੇ ਹੋਏ ਨੇ, ਇਕੱਠੇ ਹੋਏ ਮੇਰੇ ਨਾਲ ਆਏ, ਔਰ ਉਹਨਾਂ ਦੀ ਗਿਣਤੀ ਹਜ਼ਾਰਾਂ 'ਚ ਹੈ। ਉਹ ਤਾਂ ਇੰਨੇ ਕੁ ਬੰਦੇ ਆਏ ਹੈ ਨਾ, ਇਹ ਸਭ ਉਹ ਤਾਂ ਸਤਾਏ ਇਹਨਾਂ ਦੇ ਉਹ ਹੈਗੇ ਕਿ ਜਦੋਂ ਕੋਈ ਇਹਨਾਂ ਦੇ ਅੱਗੇ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਇਸ ਤਰੀਕੇ ਨਾਲ ਦਬਾ ਕੇ, ਤਾਂ ਕਿ ਇਹਨਾਂ ਦੇ ਗਲਤ ਕੰਮ ਤਾਂ ਇਹਨਾਂ ਨੇ ਥੱਲੇ ਕਰਵਾਉਣੇ, ਉੱਪਰੋਂ ਤਾਂ ਕਰਵਾਉਣਾ ਕੁਝ ਨਹੀਂ ਹੈਗਾ। ਤਾਂ ਸਾਡੇ ਪੁਲਿਸ ਡਿਪਾਰਟਮੈਂਟ ਵਿੱਚ DSP ਲੈਵਲ ਤੱਕ, ਇੱਧਰ ਉਹ ਤਹਿਸੀਲਦਾਰ SDM ਲੈਵਲ ਤੱਕ ਦੇ ਲੋਕ ਜਿਹੜੇ ਹੈਗੇ ਆ, ਇਸ ਵਾਸਤੇ ਰੱਖੀਏ, ਇਹ ਸਾਰੇ ਦੇ ਸਾਰੇ ਇਸ ਤੋਂ ਉੱਪਰਲੇ ਲੋਕ ਜਿਹੜੇ ਹੈਗੇ ਆ, ਇਹ ਕੁਰਸੀ ਦੇ ਤੇ ਕਰਪਸ਼ਨ ਦੇ ਭੁੱਖੇ ਆ। ਸਭ ਤੋਂ ਵੱਡਾ ਜਿਹੜਾ ਕਰਪਟ ਸਿਸਟਮ ਦਾ ਇਹਦਾ ਮਾਲਕ ਹੈ, ਉਹ ਹੈਗੀ ਹੈ ਬਿਊਰੋਕਰੇਟ, ਠੀਕ ਹੈ। ਬਿਊਰੋਕਰੇਟ ਦੇ ਉੱਪਰ ਟੌਪ ਜੁਡੀਸ਼ਰੀ ਬੈਠੀ ਹੋਈ ਹੈ। ਫਿਰ ਮੀਡੀਆ ਸਾਡਾ ਜਿਹੜਾ ਹੈਗਾ, ਉਹਦਾ ਸਭ ਤੋਂ ਵੱਡਾ ਬੇੜਾ ਗਰਕ ਹੋਇਆ ਹੋਇਆ। ਤਾਂ ਬਾਕੀ ਤਾਂ ਜਿਹੜੇ ਜਿਨ੍ਹਾਂ ਨੂੰ ਵਿਖਾਇਆ ਜਾਂਦਾ, ਕਦੇ ਕਰਪਸ਼ਨ ਤੁਸੀਂ ਸੋਚ ਸਕਦੇ ਕਿ ਕਰਪਸ਼ਨ ਜਿਹੜੀ ਹੁੰਦੀ ਥੱਲੇ ਤੋਂ ਉੱਪਰ ਨੂੰ ਜਾਂਦੀ ਹੈ, ਇਹ ਸੋਚਿਆ ਜਾ ਸਕਦਾ ਕਦੇ? ਕਰਪਸ਼ਨ ਤਾਂ ਉੱਪਰ ਤੋਂ ਥੱਲੇ ਨੂੰ ਆਊਗੀ। ਜਿੱਦੇ ਕਿਤੇ ਉੱਪਰ ਸਾਫ ਸੁਥਰਾ ਬੰਦਾ ਬੈਠਾ, ਥੱਲੇ ਵਾਲੇ ਦੀ ਕੀ ਹਿੰਮਤ ਹੈਗੀ ਹੈ? ਤਾਂ ਕਿਸੇ ਨੂੰ ਮਾਰ ਕੇ ਹਟਾ ਕੇ ਆਪ ਲੁੱਟੋ, ਦੂਜੇ ਨੂੰ ਖਾਣਾ ਦੇਵੋ, ਕਰਪਸ਼ਨਾਂ ਖਤਮ ਹੁੰਦੀਆਂ। ਸੋ ਹੁਣ ਤੱਕ ਦਾ ਸਿਸਟਮ ਜਿਹੜਾ ਰਿਹਾ ਬਿਲਕੁਲ ਗਲਤ ਰਿਹਾ। ਇਹ ਲੋਕ ਮਹਾਂ ਕਰਪਟ, ਮਹਾਂ ਲੋਭੀ ਕੁਰਸੀ ਦੇ ਲੋਕ ਨੇ। ਇਹਨਾਂ ਨੂੰ ਜਿੰਨਾ ਚਿਰ ਪੋਲੀਟੀਕਲ ਵਿਲ ਵਾਲਾ ਕੋਈ ਸਟਰੋਂਗ ਆਰਮੀ ਆ ਕੇ ਰਿਪਲੇਸ ਨਹੀਂ ਕਰਦਾ, ਉਹਨਾਂ ਚਿਰ ਜਿਹੜਾ ਇਕੱਲਾ ਪੰਜਾਬ ਨਹੀਂ, ਸਾਡੇ ਮੁਲਕ ਦਾ ਹੀ ਹਾਲ ਹੈਗਾ। ਤਾਂ ਦੇਖੋ ਆਉਣ ਵਾਲੇ ਸਮੇਂ ਵਿੱਚ ਆਵਾਜ਼ਾਂ ਜਗ੍ਹਾ ਤੋਂ ਉੱਠ ਰਹੀਆਂ। ਪੰਜਾਬ ਦੇ ਵਿੱਚ ਵੀ ਕੁਝ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ, ਕੋਈ ਨਵੀਂ ਲੀਡਰਸ਼ਿਪ ਪੈਦਾ ਹੋਵੇ। ਇਹਨਾਂ ਨੇ ਤਾਂ ਆਪਣੇ ਪਰਛਾਵੇਂ ਵਿੱਚ ਕੋਈ ਪੈਦਾ ਹੀ ਨਹੀਂ ਹੋਣ ਦਿੱਤਾ। ਆਪਦੇ ਟੱਬਰਾਂ ਤੇ ਇਲਾਵਾ ਤੇ ਜਾਂ ਉਹਨਾਂ ਦੇ ਟੱਬਰਾਂ ਦੇ ਪੁੱਤ ਪੜੋਤੇ ਜੰਪੇ ਜਿਹੜੇ, ਉਹਨਾਂ ਤੋਂ ਇਲਾਵਾ ਇਹਨਾਂ ਨੂੰ ਕੋਈ ਦਿਖਾਈ ਨਹੀਂ ਦਿੰਦਾ। ਤੋ ਅਕਾਲੀ ਦਲ ਵਿੱਚ ਵੀ ਬਾਕੀ ਸੁਰਾਂ ਉੱਠੀਆਂ, ਸਵਾਗਤ ਕਰਦੇ ਆ। ਇਹ ਟੱਬਰਾਂ ਦੀ ਹਜ਼ਾਰੇਦਾਰੀ ਖਤਮ ਹੋਣੀ ਚਾਹੀਦੀ ਹੈ।
ਕਾਂਗਰਸ ਦੇ ਵੀ ਜਿਹੜੀ ਲੀਡਰਸ਼ਿਪ ਹੁਣ ਤੱਕ ਦੀ ਹੈਗੀ ਆ ਫੇਲ ਸਾਬਤ ਹੋਈ ਹੈ। ਪਾਰਟੀਆਂ ਨੂੰ ਕੁਝ ਨਹੀਂ ਹੋਇਆ, ਇਹਨਾਂ ਨੂੰ ਪਾਰਟੀ ਨੂੰ ਚਲਾਉਣ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਗਲਤ ਸਾਬਤ ਹੋਏ ਆ, ਕਰਪਟ ਸਾਬਤ ਹੋਏ ਆ, ਮਾੜੇ ਸਾਬਤ ਹੋਏ ਆ। ਇਹਨਾਂ ਨੂੰ ਜਿਹੜਾ ਹੈਗਾ ਰਿਪਲੇਸ ਕਰਕੇ ਇਹ ਪੰਜਾਬ ਦੇ ਵਿੱਚੋਂ ਚੰਗੇ ਬੰਦੇ ਚੁਣ ਕੇ ਜਿਹੜੇ ਹੈਗੇ ਅੱਗੇ ਆਉਣਗੇ ਤਾਂ ਪੰਜਾਬ ਦਾ ਜਿਹੜਾ ਆਉਣ ਵਾਲੇ ਸਮੇਂ 'ਚ ਭਲਾ ਹੋਣ ਦੀ ਪੂਰੀ ਸੰਭਾਵਨਾ ਹੈ। ਸੇਖੋਂ ਸਾਹਿਬ, ਇੱਕ ਮਸਲਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਦਾਅਵੇ ਬੜੇ ਕੀਤੇ ਜਾ ਰਹੇ ਨੇ ਕਿ ਅਸੀਂ ਕਰਪਸ਼ਨ ਤੇ ਜ਼ੀਰੋ ਟੋਲਰੈਂਸ ਹੈਗੀ ਜਿਹੜੀ ਉਹ ਰੱਖਾਂਗੇ। ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੁੰਦੀ ਹੈ, ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ, ਮਤਲਬ ਕਿ ਸਿਲਸਿਲਾ ਲਗਾਤਾਰ ਚੱਲ ਰਿਹਾ। ਲੇਕਿਨ ਵਿਕਰਮ ਮਜੀਠੀਆ ਦੀ ਜ਼ਮਾਨਤ ਵੀ ਹੋ ਜਾਂਦੀ ਹੈ, ਜਦ ਕਿ ਜਿਹੜੇ ਇਲਜ਼ਾਮ ਸੀਗੇ ਬੜੇ ਸੰਗੀਨ ਸੀਗੇ। ਤਾਂ ਕੀ ਲੱਗਦਾ ਤੁਹਾਨੂੰ ਕਿ ਕਾਨੂੰਨਨ ਇਹ ਲੋਕ ਹੈਗੇ ਜਿਹੜੇ ਕਿਤੇ ਚੋਰ ਮੋਰੀਆਂ ਰਾਹੀਂ ਬਚ ਜਾਣਗੇ, ਜਾਂ ਫਿਰ ਇਹਨਾਂ ਨੂੰ ਇਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਹੈ ਇਹਨਾਂ ਦੀ ਸਜ਼ਾ ਮਿਲ ਸਕੇਗੀ? ਜਿਵੇਂ ਮੈਂ ਇੱਕ ਪੀੜ੍ਹੀ ਬਾਰੇ ਬੇਅੰਤ ਸਿੰਘ ਫੈਮਿਲੀ ਦੀ ਗੱਲ ਕੀਤੀ ਹੈ, ਇਵੇਂ ਹੀ ਇੱਕ ਪੀੜ੍ਹੀ ਜਿਹੜੀ ਹੈਗੀ ਹੈ ਨਸ਼ੇ ਦੇ ਸਾਗਰ ਵਿੱਚ ਜਿਹੜੀ ਡੁੱਬ ਕੇ ਸਾੜ ਕੇ ਮਾਰ ਦਿੱਤੀ, ਉਹਦਾ ਇਹ ਬਾਦਲ ਪਰਿਵਾਰ ਦਾ ਮਜੀਠੀਆ ਜਿਹੜਾ ਮੋਢੀ ਹੈਗਾ। ਮਜੀਠੀਆ ਨੂੰ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ ਸੀ, ਮਜੀਠੀਆ ਸਰੈਂਡਰ ਕੀਤਾ ਗਿਆ ਸੀ। ਉਦੋਂ ਇਹਨਾਂ ਦੀ ਸਰਕਾਰ ਨਹੀਂ ਆਈ ਸੀ, ਇਹਨਾਂ ਨੇ ਤਾਂ ਛੱਡਣ ਵਿੱਚ ਉਹਦੀ ਮਦਦ ਕੀਤੀ ਹੈ। ਇਹਨਾਂ ਨੇ ਆਪਣਾ ਜਿਹੜਾ ਸਿਸਟਮ ਜਿਹੜਾ ਹੈਗਾ ਜਿਹਦੇ ਨਾਲ ਅਸੀਂ ਕੋਰਟਾਂ ਵਿੱਚ ਜਾ ਕੇ ਆਪਣਾ ਏਜੀ ਦਫ਼ਤਰ ਹੈ ਇਹਨਾਂ ਦਾ ਜਿਹੜਾ ਪ੍ਰੋਸੀਕਿਊਸ਼ਨ ਹੈਗੀ, ਜਿਹਨੇ ਕੇਸ ਪ੍ਰੋਡਿਊਸ ਕਰਨੇ ਹੁੰਦੇ ਆ, ਉਸ ਫਾਈਲ ਦੇ ਵਿੱਚ ਸਾਰੇ ਸਬੂਤ ਲੱਗੇ ਹੋਏ ਸੀ। ਉਹਦੇ ਵਿੱਚ ਇੰਨੀ ਵੱਡੀ ਐਵੀਡੈਂਸ ਸੀਗੀ ਜਿਹੜੀ ਕਿ ਇਹਦੀ ਜ਼ਮਾਨਤ ਹੈ ਕਿ ਇਹਨੂੰ ਤਾਂ ਨਾਲ ਦੀ ਨਾਲ ਟ੍ਰਾਇਲ ਕਰਕੇ ਸਜ਼ਾ ਕੀਤੀ ਜਾ ਸਕਦੀ ਸੀਗੀ। ਐਡਾ ਵੱਡੇ ਸਬੂਤ ਉਹਦੇ ਵਿੱਚ ਪਏ ਆ, ਉਹਨਾਂ ਨੂੰ ਇਗਨੋਰ ਕੀਤਾ ਗਿਆ। ਅਦਾਲਤਾਂ ਦਾ ਹਾਲ ਇਹ ਹੈ ਕਿ ਸਾਹਮਣੇ ਪਏ ਸਬੂਤ ਜਿਹੜੇ ਹੈਗੇ ਇਹਨਾਂ ਨੂੰ ਪਹਿਲਾਂ ਖੋਲ ਕੇ ਵਿਖਾਵੇ ਕੋਈ, ਵੀ ਫਲਾਣੇ ਪੇਜ ਤੇ ਕੀ ਲਿਖਿਆ ਹੋਇਆ ਮਾਈ ਲਾਰਡ, ਫਿਰ ਇਹ ਪੜ੍ਹਨਗੇ, ਫਿਰ ਉਦੋਂ ਬਾਅਦ ਵੇਖਣਾ ਕਰਨਾ ਜਾਂ ਨਹੀਂ ਕਰਨਾ ਇਹਨਾਂ ਦੀ ਮਰਜ਼ੀ, ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਇਹਨਾਂ ਤੇ ਕੋਈ ਵੀ ਜਿਹੜੀ ਹੈਗੀ ਹੈ ਕੋਈ ਚੈੱਕ ਨਹੀਂ ਹੈਗਾ, ਕੋਈ ਇਹਨਾਂ ਦੀ ਮਤਲਬ ਲਾਇਬਿਲਟੀ ਨਹੀਂ ਹੈਗੀ ਵੀ ਜੇ ਤੁਸੀਂ ਗਲਤ ਫੈਸਲਾ ਕਰ ਦਿੰਦੇ ਹੋ ਤਾਂ ਉਹਦੇ ਬਾਰੇ ਤੁਹਾਨੂੰ ਕੋਈ ਪੁੱਛਣ ਵਾਲਾ ਹੈ ਜਾਂ ਨਹੀਂ ਹੈ। ਕਿਸੇ ਵਾਸਤੇ ਤੁਸੀਂ ਰਾਤ ਨੂੰ ਹਾਈ ਕੋਰਟ ਖੋਲ੍ਹਦੇ ਹੋ, ਸੁਪਰੀਮ ਕੋਰਟ ਖੋਲ੍ਹਦੇ ਹੋ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਕਿਸੇ ਦੀਆਂ ਤੁਸੀਂ 8-8 ਮਹੀਨੇ ਦੀਆਂ ਸਾਲ ਦੀ ਡੇਟਾ ਪਾਉਂਦੇ ਹੋ, ਫੈਸਲੇ ਰਿਜ਼ਰਵ ਰੱਖਦੇ ਹੋ, ਸਾਲਾਂ ਬੱਧੀ ਫੈਸਲੇ ਨਹੀਂ ਦਿੰਦੇ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ। ਦੋਸਤੋ ਕਿੱਥੇ ਗੱਲ ਕਰਨ ਵਾਲੀ ਗੱਲ ਹੈਗੀ ਹੈ। ਸਾਰਾ ਜਿਹੜਾ ਢਾਂਚਾ ਹੈਗਾ ਬਿਲਕੁਲ ਕੀ ਕਹਿੰਦੇ ਉਹਨੂੰ ਕਲੈਪਸ ਹੋ ਚੁੱਕਿਆ। ਟਾਕੇ ਦਬਾਉਣ ਵਾਲਾ ਸਿਸਟਮ, ਬਣਾਉਣ ਵਾਲਾ ਸਿਸਟਮ ਹੈਗਾ। ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ ਜਿਵੇਂ ਦੋਵੇਂ ਪਾਰਟੀਆਂ ਹਿੱਟ ਹੈਗੀਆਂ ਦੋਵੇਂ, ਤੇ ਤੁਸੀਂ ਆਪ ਵਾਲਿਆਂ ਦੀ ਗੱਲ ਕੀਤੀ ਸੀਗੀ। ਜੇ ਇਹਨਾਂ ਨੇ ਕੋਈ ਚੱਜ ਦਾ ਕੰਮ ਕੀਤਾ ਤਾਂ ਭਾਰਤ ਭੂਸ਼ਣ ਆਸ਼ੂ ਵਾਲੇ ਕੰਮ ਕਹਿ ਸਕਦੇ ਆ ਕਿ ਜਿਹੜਾ ਇਹਨਾਂ ਜਿਹੜੇ ਧਰਮਸੋਤ ਹੋ ਰਹੀ ਹੈ ਉਹਨਾਂ ਦੇ ਮਗਰੇ ਕਾਂਗਰਸੀ ਕਿਉਂ ਨਹੀਂ ਆਏ। ਮੇਰਾ ਕੁਐਸਚਨ ਇੱਕ ਇਹ ਹੈ ਪੰਜਾਬ ਦੇ ਲੋਕਾਂ ਨੂੰ ਵੀ ਇੱਥੇ ਆ ਕੇ ਧਰਨੇ ਲਾਉਂਦੇ ਸੀ, ਉਹ ਖੈਰ ਭੱਜ ਗਏ ਕੱਲ ਧਰਨੇ ਲਾਉਣ ਤੋਂ ਵੀ, ਕਿਉਂਕਿ ਧਰਨੇ ਲਾਉਣ 'ਚ ਇੱਕ ਹੋਰ ਕਸੂਤੇ ਫਸ ਗਏ ਹੈ। ਰਾਜੇ ਵੜਿੰਗ ਬਾਰੇ ਮੈਨੂੰ ਬਹੁਤ ਚੀਜ਼ਾਂ ਦਾ ਪਤਾ ਨਹੀਂ ਸੀ। ਇਸ ਜਦੋਂ ਆਪਾਂ ਕਿਸੇ ਨਾਲ ਸਾਹਮਣੇ ਜਿਵੇਂ ਆਸ਼ੂ ਦੇ ਕੇਸ ਵਿੱਚ ਉਹਦੇ ਮਰਡਰਾਂ ਬਾਰੇ ਸਾਨੂੰ ਕੀ ਪਤਾ ਸੀ, ਜਦੋਂ ਆਮਣੇ ਸਾਹਮਣੇ ਹੋਏ ਤਾਂ ਚੀਜ਼ਾਂ ਫਟੀਆਂ ਗਈਆਂ। ਹੁਣ ਰਾਜੇ ਵੜਿੰਗ ਕਰਕੇ ਇੱਕ ਪਰਿਵਾਰ ਨੇ ਖੁਦਕੁਸ਼ੀ ਕੀ ਕੀਤੀ, ਉਹ ਸੁਣ ਕੇ ਰੂਹ ਕੰਬ ਜੂਗੀ। ਇਹਨਾਂ ਦੇ ਸਾਲੇ ਨੇ ਇੱਕ ਬੰਦੇ ਤੋਂ ਪੈਸੇ ਉਧਾਰੇ ਮੰਗੇ ਦੋਸਤੀ ਵਿੱਚ 3 ਕਰੋੜ ਰੁਪਇਆ ਵੀ ਮੈਂ 2 ਦਿਨਾਂ ਵਾਸਤੇ ਦੇ ਦੂੰਗਾ। ਉਹ ਅਮੀਰ ਆਦਮੀ ਸੀ, ਚੰਗਾ ਸਰਦਾ ਸੀਗਾ, ਉਹਦੇ ਕੋਲ ਉਹੀ ਪੈਸੇ ਸੀ, ਚੱਕ ਕੇ ਉਹਨੇ ਫੜਾ ਤੇ ਵੀ ਮੈਨੂੰ 2 ਦਿਨਾਂ ਬਾਅਦ ਵਾਪਸ ਮੁੜ ਦੀ। ਪੈਸੇ ਮੁੜੇ ਨਹੀਂ ਉਹਨਾਂ ਨੇ। ਮਹੀਨਾ ਟੱਪਿਆ, 2 ਮਹੀਨੇ ਟੱਪਿਆ, ਇਹਨੇ ਰਾਜੇ ਵੜਿੰਗ ਨੇ ਵੀ ਫੋਨ ਕੀਤੇ ਹੁਣੇ ਵੀ ਦੇ ਦਿਆਂਗੇ, ਕਰ ਦਿਆਂਗੇ, ਠੀਕ ਹੈ। ਉਸ ਤੋਂ ਬਾਅਦ ਅਖੀਰ ਤੇ ਉਹਨੇ ਕਿਹਾ ਵੀ ਮੇਰੇ ਲੋਕਾਂ ਨੇ ਲੈਣੇ ਦੇਣੇ ਦੀ ਜਾਨ ਮੇਰੀ ਲਿਖਾਣੀ ਕੀਤੀ ਵੀ ਮੈਂ ਮਰ ਜਾਊਂਗਾ ਜੇ ਤੂੰ ਮਤਲਬ ਇਹ ਕੰਮ ਨਾ ਕਰੇਗਾ ਤੇ ਇਹ ਨਾ ਕਰ। ਤੇ ਇਹਨਾਂ ਨੇ ਫੋਨ ਕਰਕੇ ਦੂਜੇ ਦਿਨ ਉਹਨੂੰ ਪੁੱਛਿਆ ਵੀ ਤੂੰ ਅਜੇ ਜਿਉਣਾ ਹੈ, ਮਰਿਆ ਨਹੀਂ ਹੈ। ਉਸ ਬੰਦੇ ਨੇ ਰਾਤ ਨੂੰ ਪਿਸਤੌਲ ਲੈ ਕੇ 3 ਸਾਲ ਤੇ 5 ਸਾਲ ਦੇ ਬੱਚਿਆਂ ਦੇ ਸਿਰ 'ਚ ਗੋਲੀ ਮਾਰੀ, ਫਿਰ ਆਪਦੇ ਘਰ ਦੀ ਦੇ ਗੋਲੀ ਮਾਰੀ, ਫਿਰ ਆਪਣੇ ਗੋਲੀ ਮਾਰੀ। ਬਾਈ ਚਾਂਸ ਉਹਨੂੰ ਪਤਾ ਨਹੀਂ ਸੀ ਲੱਗਿਆ ਤੇ ਉਹ ਘਰ ਵਾਲੀ ਜਿਹੜੀ ਸੀ ਉਹਦੇ ਗੋਲੀ ਜਿਹੜੀ ਹੈਗੀ ਆ ਉਹ ਸਿਰ ਦੇ ਬਜਾਏ ਥੱਲੇ ਲੱਗੀ ਤੇ ਉਹ ਬਚ ਗਈ। ਉਹਨੇ ਉਸ ਹਾਲਤ ਵਿੱਚ ਆਪਣੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਇਹ ਸੋਚ ਕੇ ਵੀ ਸ਼ਾਇਦ ਜਿਉਂਦੇ ਆ ਚੱਕੀਆਂ, ਤੇ ਫਿਰ ਉਹ ਲੈ ਕੇ ਗਈ ਹਸਪਤਾਲ ਜਿੱਥੇ ਤੋਂ ਦੋਵੇਂ ਮਰੀਆਂ ਸੀ ਤੇ ਉਹ ਬਚ ਗਈ ਸੀ। ਉਦੋਂ ਬਾਅਦ ਇਹਨਾਂ ਨੇ ਉਹਨੂੰ ਦਬਾਇਆ, ਉਹਨੂੰ ਨੱਪਿਆ, ਉਹਦੇ ਮਤਲਬ ਉਹਨੇ ਬਿਆਨ ਲਿਖਾਤੇ ਰਾਜੇ ਵੜਿੰਗ ਦੇ ਖਿਲਾਫ। ਫਿਰ ਇਹਨੇ ਪੈਸੇ ਦਿੱਤੇ, ਮਿੰਨਤਾਂ ਕੀਤੀਆਂ, 4 ਕਰੋੜ ਰੁਪਏ ਦੀ ਇੱਕ ਗੱਲ ਸਮਝ ਆਉਂਦੀ ਹੈ, ਹੋਰ ਪਤਾ ਨਹੀਂ ਕਿੱਥੇ ਕੀਤਾ। ਆਹ ਤਾਂ ਰਾਜਾ ਵੜਿੰਗ ਹੈ। ਇਹਦੀ ਕਰਪਸ਼ਨ ਨੂੰ ਤਾਂ ਅੱਜ ਮਾਫ ਕਰ ਦਿੱਤਾ ਮੈਂ, ਇਹਦੀ ਬੱਸਾਂ ਦੀਆਂ ਬਾੜੀਆਂ ਹੋ ਗਈਆਂ ਮਾਫ, ਪਰ ਆਸ਼ੂ ਵਾਂਗੂ ਜਿਹੜੇ ਕਤਲ ਜਿਹੜੇ ਹੈਗੇ ਨਾ ਇਹਨਾਂ ਦੀ ਪੈਰਵਾਈ ਬਰਿੰਦਰ ਸਿੰਘ ਸੇਖੋਂ ਕਰੂਗਾ। ਅੱਜ ਤੋਂ ਬਾਅਦ ਉਹ ਮੇਰੇ ਬੱਚੇ ਆ, ਜਿੱਥੇ ਵੀ ਇਹਨਾਂ ਨੇ ਇਹੋ ਜਿਹੇ ਧੱਕੇ ਕੀਤੇ ਆ ਅਸੀਂ ਉਹਨਾਂ ਨੂੰ ਆਪਣਾ ਪਰਸਨਲੀ ਆਪਦਾ ਲੈ ਕੇ ਚੱਲਾਂਗੇ ਤੇ ਰਾਜਾ ਵੜਿੰਗ ਹੁਣ ਤਗੜਾ ਹੋਵੇ। ਇਹ ਹਿਸਾਬ ਜਿਹੜਾ ਹੈਗਾ ਹੁਣ ਇਹਦੇ ਕੋਲੋਂ ਮੈਂ ਲਊਂਗਾ। ਤੇ ਐਵੇਂ ਹੀ ਅਗਾਂਹ ਜਿਹੜੇ ਹੈਗੇ ਆ ਸੰਦੀਪ ਸੰਧੂ ਹੋਰੀ ਹੈਗੇ ਆ ਜਿਨ੍ਹਾਂ ਨੇ ਚਿੱਟੇ ਦਾ ਵਪਾਰ ਜਿਹੜਾ ਮਜੀਠੀਆ ਦਾ ਚਲਾਇਆ ਹੋਇਆ ਅਗਾਂਹ ਉੱਤਰਾਧਿਕਾਰੀ ਦੇ ਤੌਰ ਤੇ ਸੰਭਾਲਿਆ, ਠੀਕ ਹੈ। ਇਹ ਲੋਕਾਂ ਦੇ ਪੁੱਤ ਜੈਪਾਲ ਹੋਰੀ ਜਿਹੜੇ ਹੈਗੇ ਆ ਉਹ ਇੱਥੇ ਲਿਆਂਦੇ, ਕੰਮ ਕਰਵਾਏ ਉਹਨਾਂ ਕੋਲੋਂ ਇਹਨਾਂ ਨਸ਼ਿਆਂ ਦੇ ਸਿਸਟਮ ਦੇ ਵਿੱਚ। ਜਦੋਂ ਉਹ ਇਨਸੀਡੈਂਟ ਹੋਇਆ ਉਹਦਾ ਮਤਲਬ ਸਾਡੇ 2 ਥਾਣੇਦਾਰਾਂ ਨੂੰ ਮਾਰਨ ਦਾ, ਫਿਰ ਉਦੋਂ ਬਾਅਦ ਮਿੰਟੋ ਮਿੰਟ ਹੀ ਹੁਕਮ ਹੋਏ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਉਹ ਤਾਂ ਫਿਰ ਕਰ ਹੀ ਰਿਹਾ, ਉਹਦੇ ਸਾਹਮਣੇ ਤਾਂ ਕੋਈ ਵੀ ਨਹੀਂ ਹੈਗਾ। ਉਹ ਬਾਈ ਚਾਂਸ ਇਨਸੀਡੈਂਟ ਇੱਕ ਹੋਇਆ ਸੀ ਤੇ ਉਹ ਵਾਰਦਾਤ ਦੇ ਵਿੱਚ ਸਾਡੇ ਮੁਲਾਜ਼ਮ ਮਾਰੇ ਗਏ, ਬੜਾ ਦੁੱਖ ਹੈ ਮੈਨੂੰ। ਪਰ ਉਹਦਾ ਇਹਨਾਂ ਨੇ ਫਿਰ ਉਹ ਜਿਹੜਾ ਕਲਕੱਤੇ ਜਾ ਕੇ ਜੋ ਇਨਕਾਊਂਟਰ ਕਰਕੇ ਕੀਤਾ, ਇਹਦੇ ਪਿੱਛੇ ਜਿਹੜਾ ਅਸਲੀ ਦੋਸ਼ੀ ਸੰਦੀਪ ਸੰਧੂ ਹੈ। ਡਰੱਗ ਵੇਚਣ ਤੋਂ ਇਲਾਵਾ ਦੋਵੇਂ ਥਾਣੇਦਾਰਾਂ ਦਾ ਕਾਤਲ, ਦੋਨੋਂ ਉਹ ਮੁੰਡੇ ਜਿਹੜੇ ਉੱਥੇ ਜਾ ਕੇ ਮਾਰੇ, 4 ਕਤਲਾਂ ਦਾ ਜ਼ਿੰਮੇਵਾਰ ਕੈਪਟਨ ਸੰਦੀਪ ਸਿੰਘ ਸੰਧੂ ਹੈ। ਯਾਦ ਕਰ ਲਵੇ, ਮੇਰੀ ਗੱਲ ਸੁਣ ਲਵੇ, ਆਉਣ ਵਾਲੇ ਸਮੇਂ 'ਚ ਇਹ ਹਿਸਾਬ ਇਹਨਾਂ ਤੋਂ ਮੰਗੇ ਜਾਣਗੇ। ਤੇ ਐਵੇਂ ਹੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ
ਜਿਹੜਾ ਆਪਦੇ ਆਪ ਨੂੰ ਬਹੁਤ ਪਾਕ ਸਾਫ਼ ਤੇ ਸੱਚਾ ਸੁੱਚਾ ਕਹਿੰਦਾ ਹੈ, ਮੁਖਤਾਰ ਅੰਸਾਰੀ ਨੂੰ ਲਿਆ ਕੇ ਗੈਂਗਸਟਰ ਕਲਚਰ ਜਿਹੜਾ ਉਹਨੇ ਪੰਜਾਬ ਦੇ ਵਿੱਚ ਪੈਦਾ ਕੀਤਾ, ਉਹਨੂੰ ਕੀਤੇ ਹੋਏ ਕਲਚਰ ਨੂੰ ਉਹਨੇ ਹੋਰ ਹਵਾ ਦਿੱਤੀ, ਉਹਦੇ ਥਰੂ ਚਿੱਟੇ ਵਿਕਾਏ ਤੇ ਜੇਲ੍ਹਾਂ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਮਾਹੌਲ ਬਣਾ ਕੇ ਉਹਨੇ ਦਿੱਤਾ, ਤੇ ਫਿਰ ਉਹ ਉਦੋਂ ਬਾਅਦ ਕੁਝ ਸਮੇਂ ਵਾਸਤੇ ਹੋਮ ਮਿਨਿਸਟਰ ਵੀ ਰਿਹਾ, ਤੇ ਜਿਸ ਤਰ੍ਹਾਂ ਦਾ ਥਾਣਿਆਂ ਦੇ ਵਿੱਚ ਤੇ ਨਾਕਿਆਂ ਤੇ ਪੁਲਿਸ ਦੀ ਚੈਕਿੰਗਾਂ ਕਰਕੇ ਉਹ ਆਪਣੇ ਆਪ ਨੂੰ ਸੱਚਾ ਸੁੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਉਹਦੇ ਖਿਲਾਫ ਹਰਜੋਤ ਬੈਂਸ ਜਿਹੜਾ ਹੁਣ ਮੰਤਰੀ ਹੈ ਇਹਨਾਂ ਦਾ, ਉਹ 1.5 ਮਹੀਨਾ ਪਹਿਲਾਂ ਬੋਲਿਆ ਸੀ ਚੰਗੀ ਤਰੀਕੇ ਨਾਲ ਵੀ ਮੈਨੂੰ ਪਤਾ ਲੱਗ ਗਿਆ, ਮੈਂ ਸਾਰਾ ਕੇਸ ਲਿਆਉਂਗਾ। ਮੁਖਤਾਰ ਅੰਸਾਰੀ ਕਿਵੇਂ ਲਿਆਂਦਾ ਤੇ ਕਿਵੇਂ ਸਰਕਾਰ ਨੇ ਲੱਖਾਂ ਕਰੋੜਾਂ ਦੀਆਂ ਫੀਸਾਂ ਭਰ ਕੇ ਉਹਦੇ ਕੇਸਾਂ ਦੀ ਪੈਰਵਾਈ ਕੀਤੀ ਕਿ ਉਹ ਪੰਜਾਬ ਚੋਂ ਬਾਹਰ ਨਾ ਜਾਵੇ, ਉਹ ਸਾਰਾ ਕੁਝ ਸਬੂਤ ਪਏ ਹੈ। ਮੈਂ ਸਬੂਤ ਵਾਲੇ ਕੇਸ ਦੇ ਤੇ ਹੱਥ ਪਾਉਣਾ ਹੁੰਦਾ, ਅਦਰਵਾਈਜ਼ ਨਹੀਂ ਪਾਉਂਦਾ ਹੁੰਦਾ। ਤੇ ਇਹ 3 ਬੰਦੇ ਚੈਲੰਜ ਮੇਰਾ ਕਬੂਲ ਕਰਨ, ਜੇ ਮੈਂ ਜਿਉਂਦਾ ਹੈਗਾ ਤਾਂ ਇਹਨਾਂ ਨੂੰ ਜੇਲ੍ਹਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ ਵਿੱਚ ਆਪਣੇ ਵਾਸਤੇ ਸਫਾਈ ਕਰਵਾ ਲੈਣੀ ਚਾਹੀਦੀ ਬੈਰਕਾਂ ਦੀ, ਤੇ ਬਾਕੀ ਕੁਦਰਤ ਦਾ ਆਉਣ ਵਾਲਾ ਸਮਾਂ ਜਿਹੜਾ ਬਹੁਤ ਚੀਜ਼ਾਂ ਦਾ ਜਵਾਬ ਦੇਊਗਾ। ਗੱਲ ਸਰ ਸੇਖੋ ਸਾਹਿਬ, ਇੱਕ ਡਿਊਟੀ ਕਰ ਰਹੇ ਸੀ ਤੁਸੀਂ ਆਪਣੀ, ਤਾਂ ਨਵਜੋਤ ਸਿੰਘ ਸਿੱਧੂ ਮੰਤਰੀ ਸੀ ਉਸ ਵੇਲੇ, ਹੱਲਾਸ਼ੇਰੀ ਵੀ ਬੜੀ ਦਿੱਤੀ ਲੇਕਿਨ ਹੱਥ ਵੀ ਬੜੀ ਛੇਤੀ ਪਿੱਛੇ ਖਿੱਚਿਆ ਉਹਨਾਂ ਨੇ। ਤਾਂ ਹੁਣ ਆਪ ਖੁਦ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ, ਤਾਂ ਵੱਡੇ ਵੱਡੇ ਜਿਹੜੇ ਨੇਤਾ ਨੇ ਤਕਰੀਬਨ ਕਹਿ ਸਕਦੇ ਆ ਕਿ ਮਾੜਾ ਸਮਾਂ ਚੱਲ ਰਿਹਾ ਜਿਹੜੇ ਰਾਜਨੀਤਿਕ ਲੋਕ ਹੈਗੇ ਇਹਨਾਂ ਦਾ, ਜਾਂ ਫਿਰ ਜਿਹੜੇ ਮਾੜੇ ਕੰਮ ਕੀਤੇ ਹੋਏ ਨੇ ਉਹਨਾਂ ਦੀ ਸਜ਼ਾ ਮਿਲ ਰਹੀ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਕੀਤਾ, ਕਿ ਕੀ ਕਾਰਨ ਸੀ ਉਸ ਦੇ ਵਿੱਚ? ਉਹਨੇ ਜੋ ਕੀਤਾ ਉਹਦਾ ਕਰੈਕਟਰ ਹੈ। ਜੇ ਤੁਸੀਂ ਕੋਈ ਘਟੀਆ ਆਦਮੀ ਕਿਸੇ ਨਾਲ ਘਟੀਆ ਹਰਕਤ ਕਰਦਾ ਤਾਂ ਉਹਦਾ ਬੇਸਿਕ ਕਰੈਕਟਰ ਹੈ। ਉਹਨੇ ਮੇਰੇ ਨਾਲ ਨਹੀਂ ਕੀਤਾ, ਉਹਨੇ ਹਰੇਕ ਨਾਲ ਕੀਤਾ। ਜਿਹੜੇ ਬੰਦੇ ਵੀ ਉਹਦੇ ਕਲੋਜ਼ ਸਰਕਲ ਦੇ ਵਿੱਚ ਹੈਗੇ ਆ, ਉਹਦੇ ਯਾਰ ਮਿੱਤਰ ਆ ਜਿਹੜੇ, ਉਹ ਅਸੀਂ ਤਾਂ ਜਾਣਦੇ ਨਹੀਂ ਸੀ, ਫਿਰ 2 ਸਾਲ ਨੇੜੇ ਹੋ ਕੇ ਵਰਤੇ, ਤੇ ਉਦੋਂ ਇਹੀ ਉਮੀਦ ਕੀਤੀ ਜਾ ਸਕਦੀ ਸੀ। ਉਹ ਬੇਸਿਕਲੀ ਜੇ ਕਰੈਕਟਰ ਵਾਈਜ਼ ਗਿਣਿਆ ਜਾਵੇ ਤਾਂ ਜਿੰਨੇ ਪੋਲੀਟੀਸ਼ੀਅਨ ਤੁਸੀਂ ਨਾਮ ਲਏ, ਆਸ਼ੂ ਵੀ ਵਿੱਚ ਗਿਣ ਲਓ, ਹੋਰ ਵੀ ਗਿਣ ਲਓ, ਸਭ ਤੋਂ ਘਟੀਆ ਦਰਜੇ ਦਾ ਇਨਸਾਨ ਹੈ। ਉਹਨੂੰ ਮਿੱਤਰ ਬਣਾਉਣਾ ਤਾਂ ਆਉਂਦਾ ਹੀ ਨਹੀਂਗਾ। ਮਿੱਤਰ ਬਣਾਉਣਾ ਇਹ ਨਹੀਂ ਹੁੰਦਾ, ਮਿੱਤਰ ਬਣਾਉਣ ਵਾਸਤੇ ਕੁਝ ਸੈਕਰੀਫਾਈਸ ਕਰਨੇ ਪੈਂਦੇ ਨੇ, ਫਿਰ ਲੋਕ ਮਿੱਤਰ ਬਣਦੇ। ਮੇਰਾ ਤਾਂ ਡਿਫਰੈਂਟ ਕੇਸ ਹੈ, ਮੇਰੇ ਤੇ ਵੀ ਹੋ ਸਕਦੀ ਕਿ ਮੈਂ ਕਿਸੇ ਨੂੰ ਚੰਗਾ ਨਹੀਂ ਕਹਿੰਦਾ, ਮੇਰਾ ਇੱਕ ਡਿਫਰੈਂਟ ਪਾਰਟ ਹੈ। ਉਹ ਬੰਦਾ ਤਾਂ ਪੈਸੇ ਦਾ ਐਡਾ ਵੱਡਾ ਲਾਲਚੀ, ਉਹਨੂੰ ਲੋਕ ਇਮਾਨਦਾਰ ਕਹਿੰਦੇ ਆ। ਤੇ ਜਿਹੜੇ ਬੰਦਿਆਂ ਨੇ ਵੀ ਪਰਮਾਤਮਾ ਦੀ ਕਿਰਪਾ ਨਾਲ ਖਾਸ ਤੌਰ ਤੇ ਮੇਰੇ ਨਾਲ ਪੰਗਾ ਲਿਆ ਸੀ, ਮੈਂ ਤਾਂ ਨਹੀਂ ਕਹਿੰਦਾ ਕਿ ਉਸ ਤੋਂ ਬਾਅਦ ਹੋਰ ਬੜੇ ਚੜ ਗਏ ਆ, ਬਹੁਤ ਬੜੇ ਜੇਲ੍ਹਾਂ 'ਚ ਬੈਠੇ ਤੇ ਬਹੁਤ ਵੱਡੇ ਜਿਹੜੇ ਹੈਗੇ ਹਾਰ ਗਏ ਆ। ਪਰ ਇਹ ਦੋਨੋਂ ਜਿਹੜਾ ਬੈਂਸ ਤੇ ਆਸ਼ੂ ਤੇ ਇਹ ਜਿਹੜਾ ਨਵਜੋਤ ਸਿੰਘ ਸਿੱਧੂ, ਇਹ ਸਾਰੀ ਸਟੋਰੀ ਜਿਹੜੀ ਦੇ ਪਿੱਛੇ ਮੈਂ ਅੱਜ ਇੱਕ ਡਿਪਾਰਟਮੈਂਟ ਦੀ ਨੌਕਰੀ ਛੱਡ ਕੇ ਇੱਕ ਵੱਖਰੀ ਵੱਡੀ ਡਿਊਟੀ ਰੱਬ ਨੇ ਮੈਨੂੰ ਦਿੱਤੀ ਹੈ। ਮੈਂ ਧੰਨਵਾਦੀ ਇਹਨਾਂ ਸਾਰਿਆਂ ਦਾ, ਮੈਨੂੰ ਕੋਈ ਗਿਲਾ ਨਹੀਂ ਹੈਗਾ, ਠੀਕ ਹੈ। ਮੈਂ ਜਦੋਂ ਕੁਦਰਤ ਦਾ ਵੇਖਦਾ ਇਨਸਾਫ, ਤੇ ਉਹ ਸਾਡੇ ਵਰਗੇ ਬੰਦਿਆਂ ਨੂੰ ਕ੍ਰੈਡਿਟ ਜਾਂਦੇ ਦੇਖਦਾ, ਉਹਦਾ ਮੇਰਾ ਸਿਰ ਝੁਕਦਾ ਵੀ ਇਹ ਪ੍ਰਮਾਤਮਾ ਤੇਰੇ ਰੰਗ ਕਿੱਥੋਂ ਦੇ ਅਜੀਬ ਹੈਗੇ ਆ, ਤੂੰ ਕਿਵੇਂ ਕਿੱਥੇ ਕਿਹੜਾ ਬਟਨ ਦਬਦਾ ਤੇ ਲਾਈਟ ਕਿੱਥੇ ਜਗਦੀ ਆ। ਜੇ ਜੇਲ੍ਹਾਂ 'ਚ ਬੈਠੇ ਆ ਤੁਸੀਂ, ਮੇਰੇ ਵਰਗੇ ਬੰਦੇ ਕੋਲ ਆ ਕੇ ਜਿਹੜੀ ਹੈਗੀ ਆ ਉਹ ਸੱਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਕੁਦਰਤ ਦਾ ਇਨਸਾਫ ਹੈ। ਇਹਨਾਂ ਦੇ ਪਾਪਾਂ ਦੇ ਘੜੇ ਜਿਹੜੇ ਭਰੇ ਹੋਏ ਆ, ਤਾਂ ਆਉਣ ਵਾਲਾ ਸਮਾਂ ਇਹਨਾਂ ਦਾ ਹੋਰ ਵੀ ਭਿਆਨਕ ਆਉਣ ਵਾਲਾ। ਸੇਖੋ ਸਾਹਿਬ, ਇੱਕ ਗੱਲ ਹੋਰ ਹੈਗੀ ਹੈ ਕਿ ਇਹ ਰਾਜਨੀਤਿਕ ਲੋਕ ਹੈਗੇ ਨੇ ਜਿਹੜੇ ਬੜਾ ਵੱਡਾ ਦਾਇਰਾ ਰੱਖਦੇ ਨੇ, ਜਿਸ ਤਰ੍ਹਾਂ ਦੇ ਨਾਲ ਗੈਂਗਸਟਰ ਕਲਚਰ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਇੱਕਦਮ ਉਭਾਰ ਆਇਆ। ਤਾਂ ਕੀ ਤੁਸੀਂ ਜਿਸ ਤਰ੍ਹਾਂ ਆਵਾਜ਼ ਬੁਲੰਦ ਕਰ ਰਹੇ ਹੋ, ਕਿ ਤੁਹਾਨੂੰ ਵੀ ਕਿਸੇ ਤਰ੍ਹਾਂ ਦੀਆਂ ਕੋਈ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਜਾਂ ਫਿਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਬਲਵਿੰਦਰ ਸੇਖੋਂ ਦੀ ਆਵਾਜ਼ ਹੈ ਜਿਹੜੀ ਉਹਨੂੰ ਚੁੱਪ ਕਰਾਇਆ ਜਾਵੇ? ਮੈਂ ਬਹੁਤ ਦੇਰ ਪਹਿਲਾਂ ਇਹਨਾਂ ਨੂੰ ਦਿੱਤਾ ਸੀ, ਮਤਲਬ ਇੱਕ ਫਾਰਮੂਲਾ, ਜਦੋਂ ਉਹ ਜੱਜ ਅਗਨੀਹੋਤਰੀ ਬੈਠਾ ਸੀ ਜਿਹਨੇ ਮੈਨੂੰ ਡਿਸਮਿਸ ਕਰਾਇਆ, ਹੁਣ ਤਾਂ ਉਹ ਵੀ ਘਰੇ ਬਹਿ ਗਿਆ ਮੇਰੇ ਕੇਸ ਤੋਂ ਬਾਅਦ, ਕਿ ਮੇਰੇ 2 ਇਲਾਜ ਨੇ, ਜਾਂ ਜੇਲ੍ਹ ਭੇਜ ਦਿਓ ਜਾਂ ਮੈਂ ਨਾ ਬੋਲਦਾ ਹੋਵਾਂ, ਇੱਥੇ ਜਿਉਂਦਾ ਨਾ ਹੋਵਾਂ। ਇਹ ਵਾਰਾ ਖਾਂਦਾ ਇਸ ਸਿਸਟਮ ਨੂੰ। ਤਾਂ ਜੇਲ੍ਹ ਤਾਂ ਭੇਜਣ ਵਾਸਤੇ ਹੋ ਗਏ ਲੇਟ ਇਹ। ਹੁਣ ਜੇ ਜੇਲ੍ਹ ਭੇਜਦੇ ਆ ਤਾਂ ਫਿਰ ਲੋਕਾਂ 'ਚ ਆਵਾਜ਼ ਬਹੁਤ ਦੂਰ ਜਾਊਗੀ, ਠੀਕ ਹੈ, ਫਿਰ ਮੈਨੂੰ ਬਹੁਤ ਵੱਡਾ ਕਰ ਲੈਣਗੇ। ਤੇ ਦੂਜਾ ਇਲਾਜ ਇਹਨਾਂ ਕੋਲ ਓਪਨ ਹੈ ਜੀ, ਸਮਰੱਥੇ ਹੈਗੇ ਆ। ਮੈਂ ਤਾਂ ਇਕੱਲਾ ਆਦਮੀ, ਇੱਕ ਮੁੰਡਾ ਮੇਰੇ ਨਾਲ ਹੈਗਾ, ਤੇ ਇਹਨੂੰ ਵੀ ਮੈਂ ਆਪਣੇ ਤੋਂ ਵਿੱਥ ਰੱਖ ਕੇ ਚੱਲਦਾ ਵੀ ਕਿਤੇ ਯੰਗ ਮੁੰਡਾ ਕਿਸੇ ਚੰਗੇ ਪਰਿਵਾਰ ਦਾ, ਤੇ ਕਿਤੇ ਮੇਰੀ ਲਪੇਟ ਵਿੱਚ ਵਿਚਾਰਾ ਇਹ ਵੀ ਨਾ ਆ ਜਾਵੇ। ਅਸੀਂ ਤਾਂ ਬਾਪੂ ਜੀ ਖੜੇ ਗਿੱਲ ਸਾਹਿਬ ਜਿਹੜੇ, ਅਸੀਂ ਟੱਪੇ ਹੋਏ ਟਾਈਮ ਵਾਲੇ, ਸਾਡੇ ਕੋਲ ਵਿਗਾੜਨ ਨੂੰ ਕੀ ਹੈ, ਕੀ ਗਵਾਉਣ ਨੂੰ ਹੈਗਾ। 59 ਸਾਲਾਂ ਦਾ ਮੈਂ ਹੋ ਗਿਆ, ਠੀਕ ਹੈ, ਰੋਟੀ ਰਾਟੀ ਘਰ ਪੱਕਦੀ ਹੈ, ਬਾਪੂ ਜੀ ਬੈਠੇ ਪੈਨਸ਼ਨ ਲੈਂਦੇ, ਅਸੀਂ ਆਪਦੇ ਆਪ ਨੂੰ ਇਹਨਾਂ ਦੀ ਜਿਹੜੀ ਮੌਤ ਹੈ ਦੇ ਸੁਦਾਗਰ ਬਣਨ ਦੇ ਵਾਸਤੇ ਜਾ ਰਹੇ ਜੀ ਅਗਲੇ ਟਾਈਮ 'ਚ। ਅਸੀਂ ਬਿਲਕੁਲ ਐਡਮਿਟ ਕਰਦੇ ਹਾਂ, ਇੱਥੇ ਇਹਨਾਂ ਨੇ ਮੂਸੇਵਾਲਾ ਨਹੀਂ ਛੱਡਿਆ, ਯੰਗ ਮੁੰਡਾ ਸੀ ਕੱਲ੍ਹ ਦਾ, ਦੀਪ ਸਿੱਧੂ ਦੀ ਮੌਤ ਦੀ ਕਾਂਸਪੀਰੇਸੀ ਜਿਹੜੀ, ਇਹ ਸਾਰੀਆਂ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣ ਦੀਆਂ ਕਾਂਸਪੀਰੇਸੀਆਂ ਦੇ ਵਿੱਚ ਜੁੜਿਆ ਹੋਇਆ ਸੀ। ਤੇ ਸਾਡੇ ਵਰਗੇ ਬੰਦੇ ਕਿੰਨਾ ਚਿਰ ਸਰਵਾਈਵ ਕਰਦੇ ਆਉਣ ਵਾਲੇ ਸਮੇਂ ਵਿੱਚ, ਇਹ ਉਹਦਾ ਪ੍ਰਮਾਤਮਾ ਦਾ ਚਮਤਕਾਰ ਹੈ। ਇਹ ਲੋਕ ਜਿਹੜੇ ਹੈਗੇ ਇਹ ਸਾਨੂੰ ਇੱਕ ਦਿਨ ਵੀ ਹੁਣ ਬਰਦਾਸ਼ਤ ਨਹੀਂ ਕਰਦੇ, ਪਰ ਕਈ ਵਾਰੀ ਹੱਕ ਸੱਚ ਦੀਆਂ ਲੜਾਈਆਂ ਵਾਸਤੇ ਕੁਝ ਲੋਕਾਂ ਦੀ ਪ੍ਰਮਾਤਮਾ ਨੂੰ ਲੋੜ ਹੁੰਦੀ ਹੈ। ਤਾਂ ਦੇਖਦੇ ਹਾਂ ਕਿੰਨਾ ਚਿਰ ਡਿਊਟੀ ਉਹਨੇ ਲਾਈ, ਹੋਰ ਆਪਣੀ ਉਹਨਾਂ 'ਚ ਆਪਣਾ ਕੰਮ ਕਰਦੇ ਰਹਾਂਗੇ। ਸੇਖੋ ਸਾਹਿਬ, ਜਿਸ ਤਰ੍ਹਾਂ ਤੁਸੀਂ ਮੂਸੇਵਾਲਾ ਦੀ ਗੱਲ ਕੀਤੀ, ਤਾਂ ਹਲੇ ਤੱਕ ਜਿਹੜੇ ਦੋਸ਼ੀ ਹੈਗੇ ਨੇ, ਹੁਣ 5 ਜਦੋਂ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ, ਧਰਨੇ ਲਾਵਾਂਗੇ, ਤਾਂ ਪੂਰੇ ਪੰਜਾਬ ਨੂੰ ਇੱਕ ਲਾਮਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ, ਤਾਂ ਕਿਤੇ ਨਾ ਕਿਤੇ ਦਬਾਅ ਦੇ ਵਿੱਚ ਆ ਕੇ 5-6 ਜਣੇ ਹੋਰ ਨਾਮਜ਼ਦ ਕਰ ਰਹੇ ਨੇ। ਕੀ ਲੱਗਦਾ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੂ? ਇਹ ਗੱਲ ਮੈਂ ਉਸ ਦਿਨ ਹੀ ਕਹੀ ਸੀ, ਜਾਂ ਕਹਿੰਦਾ ਰਿਹਾ ਸੀ, ਕਿ ਪੁਲਿਸ ਨੇ ਜਿਹੜੀ ਸਟੋਰੀ ਬਣਾ ਕੇ ਵਿਖਾਈ ਹੈ ਤੁਹਾਨੂੰ, ਜਿਹੜੇ ਬੰਦੇ ਨਾਮਜ਼ਦ ਕੀਤੇ ਆ, ਲਾਰੈਂਸ ਬਨੋਈ, ਗੋਲਡੀ ਬਲ, ਸਭ ਇਹਨਾਂ ਬੱਚਿਆਂ ਨੂੰ ਗਾਂ ਵੱਡੇ ਕਰਕੇ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ
ਐਨਕਾਊਂਟਰ ਕਰਨ ਵਾਸਤੇ ਤਿਆਰੀਆਂ ਹੋ ਰਹੀਆਂ। ਇਹਨਾਂ ਦਾ ਇਸ ਕਤਲ ਨਾਲ ਕੋਈ ਲੇਗਾ ਦੇਗਾ ਨਹੀਂ। ਮੈਂ ਸ਼ਰੇਆਮ ਬੜੀ ਵਾਰੀ ਕਿਹਾ, ਅੱਜ ਵੀ ਕਿਹਾ, ਸਾਰੀ ਕਨਸਪੀਰੇਸੀ ਜਿਹੜੀ ਪੁਲਿਸ ਡਿਪਾਰਟਮੈਂਟ ਤੇ ਏਜੰਸੀਆਂ ਦੇ ਥਰੂ ਜਿਹੜੀ ਚੱਲ ਰਹੀ ਹੈ, ਉਹ ਲੋਕਾਂ ਨੂੰ ਵਿਖਾਈ ਜਾ ਰਹੀ ਹੈ, ਮੀਡੀਆ ਵਿਖਾ ਰਿਹਾ। ਅੱਜ ਉਹਦੇ ਪਿਓ ਨੂੰ ਵੀ ਇਸ ਚੀਜ਼ ਦੀ ਚਾਨਣ ਹੋਇਆ ਕਰਕੇ ਹੁਣ ਉਹਨੂੰ ਸਮਝ ਆਈ ਹੈ ਵੀ ਕਹਾਣੀ ਪਿੱਛੇ ਕੁਝ ਹੋਰ ਸੀ। ਤੋ ਸੋ ਜੋ ਅੱਜ ਤੱਕ ਸਾਨੂੰ ਵਿਖਾਇਆ ਗਿਆ, ਉਹਦਾ ਇਹ ਨਾਲ ਕੋਈ ਕੰਸਰਨ ਨਹੀਂ ਹੈਗਾ। ਜੋ ਸੱਚ ਹੈ ਉਹ ਮੈਂ ਫਿਲਹਾਲ ਰੱਖਣ ਦੀ ਸਮਰੱਥਾ ਇੱਥੇ ਤੁਹਾਡੇ ਸਾਹਮਣੇ ਨਹੀਂ ਰੱਖਦਾ। ਸਾਹਮਣੇ ਹੀ ਆ ਜਾਣਾ ਸਾਰਾ ਕੁਝ, ਜਾਂ ਉਦੋਂ ਪਹਿਲਾਂ ਜੇ ਜ਼ਿਆਦਾ ਕਲੀਅਰ ਹੋਊਗਾ ਤਾਂ ਦੱਸਾਂਗੇ। ਇੰਨਾ ਜ਼ਰੂਰ ਕਲੀਅਰ ਹੈ ਕਿ ਜੋ ਵਿਖਾਇਆ ਜਾ ਰਿਹਾ ਉਹ ਸਿਰਫ ਉਹਨਾਂ ਲੋਕਾਂ ਨੂੰ ਜਿਹੜੇ ਅਗਲੇ ਭਵਿੱਖ ਵਿੱਚ ਐਨਕਾਊਂਟਰ ਕਰਨੇ, ਉਹਨਾਂ ਨੂੰ ਵੱਡਿਆ ਕਰਨ ਵਾਸਤੇ ਕੀਤਾ ਜਾ ਰਿਹਾ। ਇਹਨਾਂ ਦਾ ਇਹ ਘਟਨਾ ਨਾਲ ਕੋਈ ਲੇਗਾ ਦੇਗਾ ਨਹੀਂ ਹੈਗੀ। ਸੱਚਾਈਆਂ ਹੋਰ ਹੈ, ਬਹੁਤ ਉਹੋ ਜਿਹੀਆਂ ਸੱਚਾਈਆਂ ਬਾਹਰ ਆਉਂਦੀਆਂ ਹੀ ਨਹੀਂ ਹੁੰਦੀਆਂ, ਬਟ ਹੁਣ ਤੱਕ ਤਾਂ ਆਈਆਂ ਨਹੀਂ। ਤੇ ਹੁਣ ਸਾਡੇ ਵਰਗੇ ਮੂਰਖ ਲੋਕ ਜਦੋਂ ਕਈ ਵਾਰੀ ਬੋਲਣ ਲੱਗ ਪਏ ਤਾਂ ਕੁਝ ਉਮੀਦ ਕੀਤੀ ਜਾ ਸਕਦੀ ਹੈ, ਪਰ ਗੱਲ ਉੱਥੇ ਖੜਦੀ ਆ ਕਿ ਕਿੰਨਾ ਸਮਾਂ ਸਾਨੂੰ ਦਿੱਤਾ ਜਾਂਦਾ। ਸਿੱਖੋ ਸਾਹਿਬ, ਲੁਧਿਆਣੇ ਦਾ ਕਿੰਨਾ ਕੁ ਫਾਇਦਾ ਹੋਇਆ ਸਮਝਦੇ ਹੋ, ਜਾਂ ਫਿਰ ਪੰਜਾਬ ਦਾ ਕਿੰਨਾ ਕੁ ਫਾਇਦਾ ਹੋਇਆ ਸਮਝਦੇ ਹੋ ਕਿ ਇਹ ਇੱਕ ਬੈਂਸ ਬ੍ਰਦਰਸ ਹੋ ਗਏ ਜਾਂ ਫਿਰ ਭਾਰਤ ਭੂਸ਼ਣ ਆਸ਼ੂ ਵਰਗੇ ਲੋਕ ਹੈਗੇ ਜਿਹੜੇ ਸਲਾਖਾਂ ਦੇ ਪਿੱਛੇ ਨੇ? ਕਿਉਂਕਿ ਇਹਨਾਂ ਨੇ ਵੀ ਇੱਕ ਗਲਬਾ ਪਾਇਆ ਹੋਇਆ ਸੀ ਪੂਰੀ ਤਰ੍ਹਾਂ ਦੇ ਨਾਲ। ਲੁਧਿਆਣਾ ਦੀ ਗੱਲ ਕਰ ਲਈਏ ਜਾਂ ਫਿਰ ਤਕਰੀਬਨ ਬੈਂਸ ਬ੍ਰਦਰ ਤਾਂ ਪੂਰੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਜਾਲ ਸੁੱਟਣ ਦੇ ਚੱਕਰ ਦੇ ਵਿੱਚ ਸੀਗੇ। ਕਿੰਨਾ ਕੁ ਫਾਇਦਾ ਹੋਇਆ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਜੇਲ੍ਹ ਜਾਣ ਦੇ ਨਾਲ ਕੁਝ ਲੋਕਾਂ ਨੂੰ ਮਾੜਾ ਮੋਟਾ ਕੋਈ ਅਹਿਸਾਸ ਹੋਇਆ ਇਸ ਗੱਲ ਦਾ ਕਿ ਕਿਹੜੀਆਂ ਗਲਤੀਆਂ ਕੀਤੀਆਂ ਨੇ ਇਹਨਾਂ ਲੋਕਾਂ ਨੂੰ ਜਦਾ ਕੇ? ਬੈਂਸ ਭਰਾਵਾਂ ਦੇ ਮਾਮਲੇ 'ਚ ਤੁਹਾਨੂੰ ਮੈਂ ਕਰੈਕਟ ਕਰ ਦਿਆਂ, ਇਹ ਪੰਜਾਬ 'ਚ ਨਹੀਂ, ਇਹ ਦੁਨੀਆ ਦੇ ਵਿੱਚ ਮਸੀਹੇ ਬਣ ਗਏ ਸੀਗੇ ਸਿੱਖ ਕੌਮ ਦੇ, ਠੀਕ ਹੈ। ਹੁਲੀਏ ਇਹਨਾਂ ਨੇ ਹੋਰ ਰੱਖੇ। ਹੁਣ ਸਿੱਖ ਤਾਂ ਮੈਂ ਹੋ ਸਕਦਾ ਇਹਨਾਂ ਨਾਲ ਵੱਡਾ ਹੋਵਾਂ, ਪਰ ਮੇਰੇ ਕੋਲ ਲਾਇਸੈਂਸ ਨਹੀਂ ਹੈਗਾ। ਇਹਨਾਂ ਨੇ ਲਾਇਸੈਂਸ ਵੀ ਰੱਖਿਆ ਕਿਉਂਕਿ ਰੱਖਦੇ ਆ ਨਾ, ਇਹਨਾਂ ਨੂੰ ਪਤਾ ਹੁੰਦਾ ਹੈ, ਠੀਕ ਹੈ। ਮੈਨੂੰ ਬੜੇ ਲੋਕਾਂ ਨੇ ਕਿਹਾ ਜੀ ਤੁਸੀਂ ਪੱਗ ਬੰਨ ਲਓ ਜੀ, ਕੇਸ ਰੱਖ ਲਓ ਜੀ। ਫਿਰ ਮੈਂ ਕਿਹਾ ਫਿਰ ਤਾਂ ਭੇਖੀ ਹੋ ਕੇ ਤਾਂ ਫਿਰ ਉਹ ਕੰਮ ਹੀ ਜਿਹੜੀ ਗੱਲ ਮੈਂ ਹੁਣ ਕਹਿ ਰਿਹਾ, ਮੈਂ ਤਾਂ ਇਸ ਤਰੀਕੇ ਨਾਲ ਹੀ ਆਪਣੀ ਕਹਿੰਦਾ ਰਹੂੰਗਾ। ਪਰ ਇਹ ਲੋਕਾਂ ਨੇ ਸਭ ਕੁਝ ਬਦਲ ਕੇ ਅਸਲੀ ਕਰੈਕਟਰ ਕੀ ਸੀ ਤੁਹਾਡੇ ਸਾਹਮਣੇ ਹੈ। ਮੇਰੇ ਕਹਿਣ ਤੇ ਜੇਲ੍ਹ ਤਾਂ ਨਹੀਂ ਗਏ, ਉਹ ਐਮਐਲਏ ਸੀਗੇ, ਜਿਹੜਾ ਕਾਨੂੰਨ ਲੈ ਕੇ ਗਿਆ, ਜੱਜਾਂ ਦੇ ਹੁਕਮਾਂ ਨਾਲ ਗਏ ਆ, ਇਸ ਕਰਕੇ ਸਜ਼ਾ ਵੀ ਗਾਂ ਹੋ ਜਾਣੀ ਹੈ। ਤੋ ਜਿਹੜਾ ਬੈਂਸਾਂ ਦਾ ਜਿਹੜਾ ਬੀਨਾਸ ਹੋਇਆ ਇਹਦੇ ਵਿੱਚ, ਉਹ ਤਾਂ ਸਭ ਤੋਂ ਵੱਡਾ ਪੁੰਨ ਵਾਲਾ ਕੰਮ ਪਰਮਾਤਮਾ ਨੇ ਮੈਥੋਂ ਕਰਾਇਆ। ਆਸ਼ੂ ਜਿਹੜਾ ਹੈਗਾ, ਇਹਦੇ ਨਾਲ ਦੇ ਆਸ਼ੂ ਸਾਰੇ ਭਰੇ ਪਏ ਆ ਸਟੇਟ ਦੇ ਵਿੱਚ। ਜਿੰਨੇ ਮਰਜ਼ੀ ਉਹ ਕਹਿੰਦੇ ਸੀ ਕਿ ਬਿੱਛੂ ਨੂੰ ਹੱਥ ਲਾਓ, ਕਹਿੰਦਾ ਜਿਹਨੂੰ ਮਰਜ਼ੀ ਹੱਥ ਲਾਓ, ਡਾਂਗੇ ਕੋਈ ਨਾ ਮਾਰਦੇ। ਸਹਿਜ ਵੱਡਾ ਛੋਟਾ ਹੈ, ਇਹ ਸਹਿਜ ਦਾ ਫਰਕ ਹੈ। ਇਹਦੀ ਜ਼ੁਬਾਨ ਇਹਦੇ ਕੁੱਤੇ ਦੀ ਲੱਗੀ ਹੋਈ ਸੀ ਤਾਂ ਇਹ ਪਹਿਲਾਂ ਕਾਬੂ ਆਇਆ। ਸਾਰੇ ਦੇ ਸਾਰਾ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਇਸ ਤਰੀਕੇ ਦਾ ਹੈਗਾ ਕਿ ਨਵੀਂ ਪਾਰਟੀ ਜਿਹੜੀ ਹੈਗੀ ਹੈ, ਇਹਨਾਂ ਨੂੰ ਪਹਿਲਾਂ ਤਾਂ ਛਾਂਟੀ ਕਰਨੀ ਚਾਹੀਦੀ। ਜਿਹੜਾ ਗੰਦ ਤੇ ਕੂੜਾ ਇਹਨਾਂ ਨੇ ਇਕੱਠਾ ਕੀਤਾ ਇਹਨਾਂ ਪਾਰਟੀਆਂ 'ਚੋਂ, ਉਹਨਾਂ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਣਾ ਚਾਹੀਦਾ। ਉਹ ਸਾਡੇ ਲੁਧਿਆਣੇ ਸ਼ਹਿਰ 'ਚ ਪੂਰੀ ਦੀ ਪੂਰੀ ਕਰਪਸ਼ਨ ਉਵੇਂ ਚੱਲ ਰਹੀ ਹੈ। ਆਹ ਜਿਹੜਾ ਐਪੀਸੋਡ ਚੱਲ ਰਿਹਾ, ਕਾਂਗਰਸੀ ਧਰਨਾ ਲਾ ਕੇ ਬੈਠੇ ਸੀ, ਇੱਕ ਬੰਦਾ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਉਹਦੇ ਖਿਲਾਫ ਨਹੀਂ ਬੋਲਿਆ, ਕਿਉਂਕਿ ਹੈਂਡ ਇਨ ਗਲਵਜ਼ ਹੈ, ਇਕੱਠੇ ਕਰਪਸ਼ਨ ਕਰਦੇ ਆ। ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰਦੇ ਆ। ਆਸ਼ੂ ਨੇ ਤਾਂ 1000 ਕਰੋੜ ਦੀ ਆਫਰ ਕੀਤੀ ਸੀ ਮਦਨ ਲਾਲ ਬੱਗੇ ਨੇ ਵੀ ਤੂੰ ਮੰਤਰੀ ਬਣ, ਮੈਂ 1000 ਕਰੋੜ ਰੁਪਏ ਦਿੰਦਾ ਤੇ ਫੂਡ ਸਪਲਾਈ ਡਿਪਾਰਟਮੈਂਟ ਤੂੰ ਦੱਸੀ, ਫਿਰ ਮੈਂ ਚਲਾਉਂਗਾ ਕਿਵੇਂ ਚਲਾਉਣਾ। ਪਰ ਲਿਖੀ ਜੇਲ੍ਹ ਸੀਗੀ। ਕੁਦਰਤ ਦਾ ਜਿਹੜਾ ਇਨਸਾਫ ਹੈ ਬਹੁਤ ਵੱਡਾ ਹੈ, ਤੇ ਬਾਕੀ ਆਉਣ ਵਾਲੇ ਸਮੇਂ 'ਚ ਕਰਦੇ ਰਹਾਂਗੇ ਗੱਲਾਂ ਪਤਾ। ਸਿੱਖੋ ਸਾਹਿਬ, ਇੱਕ ਆਖਰੀ ਸਵਾਲ ਲੈਣਾ ਚਾਹੂੰਗਾ। ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕੀਤੀ ਪੁਲਿਸ ਪ੍ਰਸ਼ਾਸਨ ਦੀ, ਤਾਂ ਧਰਨੇ ਲਗਾਏ ਜਾ ਰਹੇ ਨੇ ਇਹਨਾਂ ਵੱਲੋਂ। ਤਾਂ ਇੱਕ ਪਾਸੇ ਸੰਗਰੂਰ ਦੇ ਵਿੱਚ ਧਰਨੇ ਚੱਲ ਰਹੇ ਸੀ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ, ਤਾਂ ਸਿੱਖ ਜਥੇਬੰਦੀਆਂ ਵੀ ਬੈਠੀਆਂ ਸੀ 328 ਸਰੂਪਾਂ ਵਾਲੇ ਮਾਮਲੇ ਨੂੰ ਲੈ ਕੇ। ਉਹਨਾਂ ਨੂੰ ਵੀ ਰਾਤ ਨੂੰ 1 ਵਜੇ ਚੁੱਕ ਕੇ ਫਤਿਹਗੜ੍ਹ ਸਾਹਿਬ ਛੱਡਿਆ ਗਿਆ। ਤਾਂ ਦੂਜੇ ਜਿਹੜੇ ਪੁਲਿਸ ਦੇ ਭਰਤੀ ਵਾਲੇ ਮੈਟਰ ਦੇ ਵਿੱਚ ਖੜੇ ਸੀਗੇ, ਉਹਨਾਂ ਨੂੰ ਲੜਕਿਆਂ ਨੂੰ ਤੇ ਲੜਕੀਆਂ ਨੂੰ ਚੱਕ ਕੇ ਪੁਲਿਸ ਪ੍ਰਸ਼ਾਸਨ ਨੇ ਫਤਿਹਗੜ੍ਹ ਸਾਹਿਬ ਸੜਕਾਂ ਦੇ ਉੱਤੇ ਰਾਤ ਨੂੰ 1 ਵਜੇ ਛੱਡਤਾ। ਕੀ ਸਮਝਦੇ ਹੋ ਕਿ ਆਖਿਰ ਪੁਲਿਸ ਦੀ ਮਜਬੂਰੀ ਕੀ ਹੈ? ਆਖਿਰ ਪੁਲਿਸ ਆਪਣਾ ਕੰਮ ਸਹੀ ਕਿਉਂ ਨਹੀਂ ਕਰਦੀ? ਕਿ ਜਿਹੜੇ ਉੱਪਰਲੇ ਅਫਸਰ ਹੈਗੇ ਨੇ ਉਹ ਰਾਜਨੀਤਿਕ ਲੋਕਾਂ ਨਾਲ ਮਿਲੇ ਹੋਏ ਨੇ, ਜਾਂ ਫਿਰ ਪੁਲਿਸ ਇਹੀ ਭੁੱਲ ਗਈ ਹੈ ਕਿ ਪੁਲਿਸ ਦਾ ਕੰਮ ਕੀ ਹੈ? ਪੁਲਿਸ ਦਾ ਜਦੋਂ ਮੈਂ ਕਹਿੰਦਾ ਕੋਈ ਕਸੂਰ ਨਹੀਂ, ਤਾਂ ਬੜੇ ਲੋਕਾਂ ਦੇ ਕੰਨ ਖੜੇ ਹੁੰਦੇ ਵੀ ਇਹ ਪੁਰਾਣਾ ਪੁਲਿਸ ਅਫਸਰ ਹੈ ਤਾਂ ਕਰਕੇ ਕਹਿੰਦਾ। ਪੁਲਿਸ ਦੇ ਗੁਨਾਹਗਾਰ ਤੁਹਾਨੂੰ ਮੈਂ ਦੱਸ ਦਿੱਤਾ ਕਿਹੜੇ ਰੈਂਕਾਂ 'ਚ ਬੈਠੇ ਆ। ਥੱਲੇ ਪੁਲਿਸ ਦਾ ਕੋਈ ਕਸੂਰ ਨਹੀਂ, ਇਹ ਟੂਲ ਹੈ, ਇਹਨਾਂ ਨੂੰ ਵਰਤਿਆ ਜਾ ਰਿਹਾ। ਬੇਈਮਾਨ ਲੋਕ ਨੇ, ਪੋਲੀਟੀਕਲ, ਇਹਨਾਂ ਕੋਲ ਡਿਲੀਵਰ ਕਰਨ ਨੂੰ ਕੁਝ ਨਹੀਂ ਹੈਗਾ। ਅੱਜ ਸਰਕਾਰ ਇਹਨਾਂ ਦੀ ਬਣ ਗਈ, ਪਤਾ ਇਹਨਾਂ ਨੂੰ ਵੀ ਨਹੀਂ ਸੀਗਾ ਵੀ ਸਾਡੇ 92 ਐਮਐਲਏ ਆ ਜਾਣਗੇ। ਡਿਲੀਵਰ ਕਰਨ ਨੂੰ ਹੈ ਹੀ ਕੁਝ ਨਹੀਂਗਾ। ਖਜ਼ਾਨੇ ਜਿਹੜੇ ਪਹਿਲੇ ਲੁੱਟ ਕੇ ਖਾਲੀ ਕਰ ਗਿਆ, ਉਹ 3 ਲੱਖ ਕਰੋੜ ਦਾ ਸਿਰ ਤੇ ਕਰਜ਼ਾ ਖੜਾ ਹੈ। ਤਨਖਾਹਾਂ ਇਹਨਾਂ ਤੋਂ ਪੂਰੀਆਂ ਨਹੀਂ ਆਉਂਦੀਆਂ। ਲੁੱਟਾ ਹੋਈ ਇਹਨਾਂ ਨੇ ਕਰਨੀ, ਕਿਉਂਕਿ ਫਿਰ ਟਿਕਟਾਂ ਖਰੀਦ ਕੇ ਆਏ ਆ ਇਹ, ਠੀਕ ਹੈ। ਤਾਂ ਦੇਖੋ ਸਹੀ ਹਾਲਾਤ ਕੀ ਹੈ, ਤਾਂ ਫਿਰ ਨਰਕੀ ਹੋਣੀ ਹੈ। ਤਾਂ ਇਹ ਜਦੋਂ ਕੁਝ ਡਿਲੀਵਰ ਨਹੀਂ ਕਰਨਾ ਤਾਂ ਉਹ ਲੋਕਾਂ ਨੂੰ ਮੂੰਹ ਬੰਦ ਕਰਨ ਵਾਸਤੇ ਫਿਰ ਪੁਲਿਸ ਦੀ ਲੋੜ ਹੈ। ਪੁਲਿਸ ਇੱਕ ਟੂਲ ਹੈ। ਅਸਲ ਪੁਲਿਸ ਨੂੰ ਹੱਥ ਪਾਉਣਾ ਤੇ ਡੀਜੀਪੀਆਂ ਨੂੰ ਤੇ ਹੋਰ ਜਿਹੜੇ ਉੱਪਰਲੇ ਪਾਸੇ ਬੈਠੇ ਉਹਨਾਂ ਬੰਦਿਆਂ ਨੂੰ ਜ਼ਿੰਮੇਵਾਰੀ ਫਿਕਸ ਕਰਨ ਕਿਵੇਂ ਸਭ ਕੁਝ ਠੀਕ ਹੁੰਦਾ। ਜਦੋਂ ਡਿਲੀਵਰ ਕੁਝ ਨਹੀਂ ਕਰਨਾ ਤੇ ਜੁੱਤੀਆਂ ਮਾਰ ਸਕਦੇ ਲੋਕਾਂ ਨੇ। ਅਸੀਂ ਜੁੱਤੀਆਂ ਹੀ ਡਿਜ਼ਰਵ ਕਰਦੇ ਹਾਂ ਜਦੋਂ ਅਸੀਂ ਇਹੋ ਜਿਹੇ ਲੋਕਾਂ ਨੂੰ ਚੁਣਦੇ ਹਾਂ। ਆਪਣੀ ਗੱਲਬਾਤ ਉੱਥੋਂ ਸ਼ੁਰੂ ਹੋਈ ਸੀ। ਲੋਕਾਂ ਦਾ ਹੀ ਕਸੂਰ ਹੈ, ਪਰ ਲੋਕ ਸਿਆਣੇ ਹੋਏ ਵੇ ਆ। ਪਹਿਲਾਂ ਕੋਈ ਆਪਸ਼ਨ ਨਹੀਂ ਸੀ, ਆਪ ਪਾਰਟੀ ਚੁਣੀ ਹੈ। ਹੁਣ ਕੋਈ ਆਪਸ਼ਨ ਨਹੀਂ ਸੀਗੀ, ਸਿਮਰਜੀਤ ਸਿੰਘ ਮਾਨ ਚੁਣਿਆ, ਆਪ ਪਾਰਟੀ ਨੂੰ 3 ਮਹੀਨਿਆਂ ਬਾਅਦ ਫਤਵਾ ਦਿੱਤਾ ਲੋਕਾਂ ਨੇ। ਤੇ ਹੁਣ ਉਦੋਂ ਤੱਕ ਜੇ ਆਪਸ਼ਨ ਪੈਦਾ ਕੋਈ ਨਾ ਹੋਈ ਫਿਰ ਤਾਂ ਅਲੱਗ ਗੱਲ ਹੈ, ਤੇ ਜੇ ਪੈਦਾ ਹੋ ਗਈ ਫਿਰ ਸਾਰੀਆਂ 117 ਸੀਟਾਂ ਦਾ ਰਿਜ਼ਲਟ ਆਊਗਾ ਅਗਲੀ ਵਾਰੀ। 95 ਜਾਂ 92 ਜਾਂ 16 ਦਾ ਨਹੀਂ ਆਉਂਦਾ। ਹਾਲਾਤ ਬਣ ਜਾਣ, ਕੁਝ ਲੋਕ ਉੱਠ ਖੜਨ, ਕੋਸ਼ਿਸ਼ ਕਰਦੇ ਆ। ਜੇ ਪੰਜਾਬ ਦਾ ਭਲਾ ਪਰਮਾਤਮਾ ਨੇ ਕਰਨਾ ਹੋਇਆ ਤਾਂ ਜ਼ਰੂਰ ਇਸ ਉਪਰਾਲੇ ਵਿੱਚ ਬਾਪੂ ਜੀ ਕੋਲੇ ਖੜੇ ਆ।
ਹੋਰ ਬਹੁਤ ਚੰਗੇ ਲੋਕ ਨੇ। ਸਰਦਾਰ ਰਾਜਵਿੰਦਰ ਸਿੰਘ ਬੈਸ ਹੈ, ਪਿਆਰੇ ਲਾਲ ਗਰਗ ਜੀ ਹੈਗੇ ਆ, ਬਾਪੂ ਧਰਮ ਸਿੰਘ ਨੇ ਹੈਗੇ ਆ, ਬੜਾ ਵੱਡਾ ਧਾਰਮਿਕ ਸ਼ਖਸੀਅਤ ਹੈਗੇ ਆ, ਠੀਕ ਹੈ। ਸਰਦਾਰਾ ਸਿੰਘ ਜੌਹਲ ਹੈਗੇ ਆ, ਕਿਰਪਾਲ ਸਿੰਘ ਔਲਖਵੀਸੀ ਸਾਹਿਬ ਹੈਗੇ ਆ। ਇਹੋ ਜਿਹੇ ਲੋਕ ਇਕੱਠੇ ਹੋ ਕੇ ਕੋਸ਼ਿਸ਼ ਕਰ ਰਹੇ ਆ ਕਿ ਕੁਝ ਚੰਗੇ ਲੋਕਾਂ ਦਾ ਸੰਗਠਨ ਖੜਾ ਹੋਵੇ ਅਤੇ ਸਾਡੇ ਵਰਗੇ ਸਿਪਾਹੀਆਂ ਨੂੰ ਅੱਗੇ ਲਾ ਕੇ ਜੇ ਇਹ ਜਿਹੜੀਆਂ ਭੈੜੀਆਂ ਜਿਹੜੀਆਂ ਹੈਗੀਆਂ ਫੌਜਾਂ ਇਹਨਾਂ ਦੇ ਨਾਲ ਮੱਥਾ ਲਾਉਣ ਵਾਸਤੇ ਜੇ ਉਹਨਾਂ ਨੇ ਸੰਗਠਿਤ ਕਰ ਦਿੱਤਾ ਤੇ ਅਸੀਂ ਆਪਣੇ ਆਖਰੀ ਥਾਂ ਤੱਕ ਇਹ ਲੜਾਈ ਲੜਨ ਵਾਸਤੇ ਤਿਆਰ ਹਾਂ। ਬਾਕੀ ਜੇ ਪੰਜਾਬ ਦਾ ਭਲਾ ਹੋਣਾ ਹੋਇਆ ਤਾਂ ਇਹ ਚੀਜ਼ ਵਾਪਰੂਗੀ ਜ਼ਰੂਰ। ਕਾਮਨਾ ਕਰਦੇ ਹਾਂ, ਬਾਬੇ ਨਾਨਕ ਦੀ ਧਰਤੀ ਹੈ, ਬਹੁਤ ਬਰਬਾਦੀ ਹੋ ਚੁੱਕੀ ਹੈ, ਤੇ ਹੁਣ ਪਰਮਾਤਮਾ ਦਾ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਭਵਿੱਖ ਹੈ ਉਹਦੇ ਵਾਸਤੇ ਕੁਝ ਭਲਾ ਕਰਨ ਵਾਸਤੇ ਕੁਝ ਚੰਗੇ ਬੰਦਿਆਂ ਨੂੰ ਸਾਰੇ ਪੰਜਾਬ 'ਚ ਉਠਾਵੇ ਤਾਂ ਕਿ ਸੰਗਠਿਤ ਹੋ ਕੇ ਇਹਨਾਂ ਦੇ ਖਿਲਾਫ ਖੜੇ ਹੋ ਸਕੀਏ। ਧੰਨਵਾਦ ਸੇਖੋ ਸਾਹਿਬ, ਤੁਸੀਂ ਸਮਾਂ ਦਿੱਤਾ। ਤਾਂ ਬਾਪੂ ਬਲਕੌਰ ਸਿੰਘ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਬਾਪੂ ਜੀ, ਕੀ ਲੱਗਦਾ ਹੈਗਾ ਕਿ ਜਿਹੜੀ ਸਰਕਾਰ ਹੈਗੀ ਆ, ਵੱਡਾ ਲੋਕਾਂ ਨੇ ਫਤਵਾ ਦਿੱਤਾ ਸੀ, 92 ਸੀਟਾਂ ਇਹਨਾਂ ਨੂੰ ਦਿੱਤੀਆਂ, ਤਾਂ ਕੰਮਕਾਜ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦਾ? ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਖਜ਼ਾਨਾ ਖਾਲੀ ਹੈ, ਖਜ਼ਾਨੇ ਦੇ ਵਿੱਚ ਕੁਝ ਹੈ ਨਹੀਂ, ਤਾਂ ਦੂਜੇ ਪਾਸੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਨੇ। ਜਿੱਦਾਂ ਸੇਖੋ ਸਾਹਿਬ ਦੇ ਨਾਲ ਵੀ ਗੱਲ ਹੋਈ ਹੈ ਕਿ ਮੀਡੀਆ ਦਾ ਬੜਾ ਨਕਾਰਾਤਮਕ ਰੋਲ ਜਿਹੜਾ ਸਾਹਮਣੇ ਆਇਆ। ਕਿਸ ਤਰ੍ਹਾਂ ਦੇਖਦੇ ਹੋ ਕਿ ਆਖਿਰ ਇਹ ਚੱਲ ਕੀ ਰਿਹਾ? ਦੇਖੋ, ਖਜ਼ਾਨਾ ਖਾਲੀ ਹੈ, ਖਜ਼ਾਨਾ ਭਾਰਤ ਦਾ ਵੀ ਖਾਲੀ ਹੈ, ਠੀਕ ਹੈ ਨਾ। ਦੁਨੀਆ ਦਾ ਕੋਈ ਦੇਸ਼ ਨਹੀਂ ਜਿਹਦੇ ਤੇ ਕਰਜ਼ਾ ਨਹੀਂ। ਪੰਜਾਬ ਤੇ ਵੀ 3 ਲੱਖ ਕਰੋੜ ਦਾ ਕਰਜ਼ਾ ਹੈ। ਖਾਦਾ ਦਾ ਕਰਜ਼ਾ ਹੋਇਆ ਨਾ, ਖਾਦਾ ਲੋਕਾਂ ਨੂੰ ਖਵਾਇਆ ਜਾਂ ਆਪ ਖਾਦਾ, ਉਹ ਗੱਲ ਵੱਖਰੀ ਹੈ। ਇਹ ਲੋਕ ਜਾਣਨ ਵੀ ਸਾਨੂੰ ਖਵਾਇਆ, ਇਹ ਆਪ ਹੀ ਖਾ ਗਏ, ਇਹਦਾ ਹਿਸਾਬ ਲੈਣ, ਠੀਕ ਹੈ। ਲੋਕੀ ਟੈਕਸ ਦਿੰਦੇ ਆ, ਟੈਕਸ ਦਿੰਦੇ ਆ ਲੋਕੀ, ਟੈਕਸ ਜਾਂਦਾ ਕਿੱਧਰ ਹੈ ਇਹ ਵੀ ਨਾਗਰਿਕਾਂ ਨੂੰ ਪਤਾ ਹੋਣਾ ਚਾਹੀਦਾ। ਤੁਸੀਂ ਵੋਟ ਪਾ ਕੇ ਟੈਕਸ ਦੇ ਕੇ ਜੇ ਸੌਂ ਜਾਓ ਤੇ ਫਿਰ ਕਸੂਰ ਤਾਂ ਆਪਣੀ ਹੈ ਭਾਈ, ਸੁੱਤੇ ਪਏ ਨੂੰ ਚੋਰ ਖਾ ਜਾਂਦੇ ਆ। ਹਾਂ, ਠੀਕ ਹੈ। ਬਾਪੂ ਜੀ, ਇੱਕ ਹੋਰ ਗੱਲ ਹੈਗੀ ਆ, ਜਿਸ ਤਰ੍ਹਾਂ ਦੇ ਨਾਲ ਆ ਬੜਾ ਮੁੱਦਾ ਚੱਲ ਰਿਹਾ ਕਿ ਹੁਣ ਜਿਹੜੇ ਰਾਜਨੀਤਿਕ ਲੋਕ ਹੈਗੇ ਨੇ ਜ਼ਿਆਦਾ ਸਲਾਖਾਂ ਦੇ ਪਿੱਛੇ ਜਾ ਰਹੇ ਨੇ, ਤਾਂ ਲੁਧਿਆਣਾ ਦੇ ਵਿੱਚੋਂ ਵੀ ਬੈਂਸ ਭਰਾ ਹੋ ਗਏ ਜਾਂ ਫਿਰ ਆਸ਼ੂ ਹੋ ਗਿਆ, ਇਹਨਾਂ ਨੂੰ ਵੀ ਸਲਾਖਾਂ ਦੇ ਪਿੱਛੇ ਸੁੱਟਿਆ ਗਿਆ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਇਹਨਾਂ ਨੂੰ ਅੰਜਾਮ ਤੱਕ ਪਹੁੰਚਾ ਸਕੂਗੀ? ਕਿਉਂਕਿ ਮਜੀਠੀਆ ਜਿਹੜਾ ਉਹ ਬੇਲ ਲੈ ਕੇ ਬਾਹਰ ਆ ਗਿਆ। ਬੇਲ ਹਰ ਬੰਦੇ ਦਾ ਆਪਣਾ ਅਧਿਕਾਰ ਹੈ, ਲਵੇ, ਪਰ ਜਿਹੜਾ ਕੇਸ ਹੈ ਨਾ ਉਹਨੂੰ ਸਹੀ ਢੰਗ ਨਾਲ ਪੁੱਟ ਅਪ ਕਰਨਾ ਚਾਹੀਦਾ। ਇਹ ਸਰਕਾਰ ਦਾ ਫਰਜ਼ ਹੈ। ਸਰਕਾਰ, ਪੁਲਿਸ, ਹੋਮ ਡਿਪਾਰਟਮੈਂਟ, ਇਹ ਪਤਾ ਹੁੰਦਾ ਵੀ ਕਿਹੜੀ ਮੋਰੀ ਕਿੱਡੀ ਵੱਡੀ ਰੱਖਣੀ ਹੈ ਤੇ ਕਿਹੜੇ ਵੀ ਦੀ ਹੱਥ ਲੰਘਾਉਣਾ, ਕਿਹੜੇ ਵੀ ਦੀ ਕੀੜੀ ਲੰਘਾਉਣੀ ਹੈ, ਸਾਰਾ ਪਤਾ ਹੁੰਦਾ ਇਹਨਾਂ ਨੂੰ। ਇਹਨਾਂ ਨੇ ਬੜੇ ਬੜੇ ਵਕੀਲ ਰੱਖੇ ਹੁੰਦੇ ਨੇ, ਜੁਡੀਸ਼ਰੀ ਤੱਕ ਵੀ ਇਹਨਾਂ ਦੀ ਪਹੁੰਚ ਹੁੰਦੀ ਹੈ। ਜੁਡੀਸ਼ਰੀ ਦੇ ਜੱਜਾਂ ਨੂੰ ਤੇ ਇਹੀ ਬਣਾਉਂਦੇ ਨੇ, ਐਸੀ ਗੱਲ ਤਾਂ ਨਹੀਂ ਵੀ ਉੱਤੋਂ ਉਤਰਦੇ ਨੇ। ਇਸ ਕਰਕੇ ਸਰਕਾਰ ਨੂੰ ਸਾਰਾ ਪਤਾ ਹੁੰਦਾ, ਪਰ ਜਾਗਣ ਲੋਕ। ਜੇ ਆਪਾਂ ਨਹੀਂ ਜਾਗਦੇ, ਇਹਨਾਂ ਨੇ ਆਪਣਾ ਕਦੇ ਭਲਾ ਨਹੀਂ ਕਰਨਾ। ਤੁਸੀਂ ਨਾਗਰਿਕ ਜਾਗੋ, ਵੋਟਰ ਨੂੰ ਪਤਾ ਵੀ ਮੈਂ ਵੋਟਰ ਹਾਂ, ਮੇਰੇ ਵੋਟ ਨਾਲੇ ਬਣਦਾ ਹੈ, ਇਹ ਉਸਮਾਨ ਤੋਂ ਨਹੀਂ ਉਤਰਿਆ। ਫਿਰ ਥੋੜ੍ਹੇ ਤੋਂ ਲੋਕ ਡਰਨਗੇ। ਜੇ ਆਪਾਂ ਸੌਂਗੇ ਇਹ ਲੁੱਟ ਕੇ ਖਾ ਜਾਣਗੇ, ਖਾਣਗੇ, ਖਾਦਾ ਤੇ ਖਾਂਦੇ ਰਹਿਣਗੇ। ਕੀ ਜੇ 5-4 ਬੰਦੇ ਅੰਦਰ ਦੇਤੇ ਇਟ ਮੈਟਰਸ ਇਨ ਦਾ ਥਿੰਗ। ਮੰਨ ਲਓ 10 ਬੰਦੇ ਅੰਦਰ ਦੇਤੇ, 15 ਦੇਤੇ, 20 ਦੇਤੇ, ਇਹ ਤਾਂ ਲੱਖਾਂ 'ਚ ਨੇ। ਹਾਂ, ਇਸ ਕਰਕੇ ਲੋਕ ਜਾਗਣ, ਇਹਨਾਂ ਦਾ ਪਾਣੀ ਬੰਦ ਕਰ ਦੇਣ। ਇਹਨਾਂ ਦੇ ਹੱਥ ਤਾਕਤ ਕਿਵੇਂ ਆ ਜੇ? ਚੋਰ ਦੇ ਹੱਥੇ ਤਾਕਤ ਨਾਲ ਜੋ ਮਰ ਗਏ। ਲੁਧਿਆਣੇ ਸ਼ਹਿਰ ਦੇ ਵਿੱਚ ਵੋਟਾਂ ਪਾਈਆਂ, ਕੋਈ ਬੰਦਾ ਪੜ੍ਹਿਆ ਲਿਖਿਆ ਹੈ? ਇੱਕ ਦੱਸ ਦਿਓ। ਕਿੰਨੇ MLA ਜਿਤਾਏ ਆ ਇੱਥੇ, ਕਿੰਨੇ ਪੜ੍ਹੇ ਲਿਖੇ ਨੇ? ਕੋਈ 10ਵੀਂ 'ਚੋਂ ਫੇਲ, ਕੋਈ 12ਵੀਂ 'ਚੋਂ ਹਟਿਆ, ਕੋਈ BA 'ਚੋਂ ਹਟਿਆ, ਕੋਈ 13ਵੀਂ 'ਚੋਂ ਹਟਿਆ। ਕੋਈ ਚੱਜ ਦਾ ਬੰਦਾ ਤਾਂ ਚੁਣ ਲਓ। ਫਿਰ ਕਸੂਰ ਕੀ ਦਾ ਆਪਣਾ ਹੀ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ ਉਹ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਹੁਣ ਤੱਕ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੰਜਾਬ ਹੈਗਾ ਜਿਹੜਾ ਗੰਧਲਾ ਪੰਜਾਬ ਹੋ ਚੁੱਕਿਆ, ਇਸ ਨੂੰ ਰੰਗਲਾ ਪੰਜਾਬ ਬਣਾ ਦੇਵਾਂਗੇ। ਕੀ ਲੱਗਦਾ ਤੁਹਾਨੂੰ 5-6 ਮਹੀਨੇ 'ਚ ਕੋਈ ਬਦਲਾਅ ਹੋਇਆ ਜਾਂ ਫਿਰ ਸਿਰਫ ਪੱਗਾਂ ਦੇ ਰੰਗ ਹੀ ਬਦਲੇ ਨੇ? ਦੇਖੋ, ਹਾਲ ਦੀ ਘੜੀ ਗਧੜਾ ਤੇ ਕੰਗਲਾ ਪੰਜਾਬ ਹੀ ਹੈ। ਰੰਗਲਾ ਧਨ ਭਾਗ ਕਲਪਨਾ ਕਰਦੇ ਤੇ ਬਣਾ ਲੈਣ, ਬੜੀ ਖੁਸ਼ੀ ਹੋਊ। ਕਿਉਂਕਿ ਆਮ ਸਾਨੂੰ ਉਮੀਦ ਵੀ ਕਰਨੀ ਚਾਹੀਦੀ। ਜੇ ਕੋਈ ਜੇ ਜੀ ਬਣ ਹੀ ਨਹੀਂ ਸਕਦਾ, ਫਿਰ ਅਗਲਾ ਜਿਹੜਾ ਉਹ ਕੀ ਬਣਾ ਦੂ? ਨਿਰਾਸ਼ ਕਦੇ ਨਾ ਹੋਵੋ, ਘੱਟੋ ਘੱਟ ਵੋਟਰ ਨਿਰਾਸ਼ ਨਾ ਹੋਵੇ, ਉਹ ਰੱਖੇ ਪਰ ਪਹਿਰਾ ਦੇਵੇ। ਹਾਂ, ਹਾਲ ਦੀ ਘੜੀ ਜਿਹੜੀ ਜਿੰਨੀ ਕਿ ਇਹਨਾਂ ਤੋਂ ਉਮੀਦ ਹੈ ਇਸ ਪਾਰਟੀ ਤੋਂ, ਉਸ ਪੱਧਰ ਤੱਕ ਇਹ ਨਹੀਂ ਆਏ, ਇਹ ਪੱਕੀ ਗੱਲ ਹੈ। ਇਸ ਤੋਂ ਅੱਗੇ ਜਾਇਆ ਜਾ ਸਕਦਾ, ਹੋਰ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ। 5-7-10 ਬੰਦੇ ਫੜ ਲੈਣੇ, ਜ਼ਮਾਨਤਾਂ 'ਚ ਬਾਹਰ ਆ ਜਾਣੇ, ਪਰਚਾ ਦਰਜ ਕਰ ਦੇਣਾ, ਉੱਥੇ ਪਏ ਆਪਣੇ ਮੰਜਾਂ 'ਤੇ ਪਾ ਦੇਣੇ, ਗਦੈਲਿਆਂ 'ਤੇ ਪਾ ਦੇਣੇ, ਏਸੀਆਂ 'ਚ ਪਾ ਦੇਣੇ, ਠੀਕ ਹੈ ਨਾ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗੱਲ ਹੈ ਵੀ ਟੋਟਲ ਸਿਸਟਮ ਨੂੰ ਸੁਧਾਰ ਕੇ ਗੱਲ ਕਰੋ।
ਜ਼ਿੰਮੇਵਾਰੀ ਫਿਕਸ ਕਰ ਦਿਓ ਹਰ ਇੱਕ ਬੰਦੇ ਦੀ ਵੀ ਲੈ ਤੂੰ ਆਹ ਕੰਮ ਕਰੇਗਾ ਇੰਨੇ ਦਿਨਾਂ 'ਚ ਕਰੇਗਾ, ਜੇ ਨਹੀਂ ਕਰੇਗਾ ਤੇਰੀ ACR ਖਤਮ, ਤੇਰੀ ਇਨਕਰੀਮੈਂਟ ਖਤਮ, ਤੇਰੀ ACR ਦਰਜ ਹੋ ਜੂ, ਤੂੰ ਡਿਸਮਿਸ ਹੋਵੇਗਾ, ਬਿਊਰੋਕ੍ਰੇਸੀ ਨਾਲ ਦੀ ਨਾਲ ਟਿਕ ਜੂ। IAS IPS ਨੂੰ ਤੁਸੀਂ ਢਾਹ ਲਓ, ਠੀਕ ਹੋ ਜਾਣਗੇ। ਆਪਾਂ ਪਟਵਾਰੀ ਨੂੰ ਢਾਉਂਦੇ, ਉਹਦੇ ਪੱਲੇ ਕੀ ਹੈ? DC ਨੂੰ ਫੜ ਲਓ, ਪਟਵਾਰੀ ਕਰ ਦੂ ਕੁਛ। ਇਸ ਕਰਕੇ ਨਾ ਜ਼ਿੰਮੇਵਾਰੀ ਦਾ ਜਿਹੜਾ ਕੇਂਦਰ ਹੈ ਨਾ, ਪ੍ਰੋਪਰ ਜਗ੍ਹਾ ਤੇ ਕਰੋ, ਸੇਵਾਦਾਰ ਤੋਂ ਮਨਜ਼ੂਰ ਨਾ ਕਰੋ। ਕਰਪਸ਼ਨ ਹਮੇਸ਼ਾ ਉੱਤੋਂ ਥੱਲੇ ਆਉਂਦੀ ਹੈ, ਥੱਲੇ ਕਿਤੇ ਤਾਂ ਨਹੀਂ ਚੜ੍ਹਦੀ। ਜੇ ਬਾਦਸ਼ਾਹ ਬੇਈਮਾਨ ਹੈ ਤੇ ਪਬਲਿਕ ਬੇਈਮਾਨ ਹੈ। ਜਿਸ ਤਰ੍ਹਾਂ ਗੱਲ ਕਰ ਰਹੀ ਆਪਾਂ ਗੱਲ ਕਰਦੇ ਹਾਂ ਕਿ 92 ਵਿਧਾਇਕ ਨੇ ਜਿਹੜੇ ਚੁਣੇ ਗਏ ਨੇ, ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤਜਰਬੇ ਦੀ ਕਮੀ ਹੈਗੀ, ਇਹਨਾਂ ਨੂੰ ਤਜਰਬਾ ਹੈ ਨਹੀਂ, ਜਾਂ ਫਿਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੜ੍ਹੇ ਲਿਖੇ ਹੈ ਨਹੀਂ, ਤਾਂ ਇਸ ਕਰਕੇ ਅਜਿਹੀਆਂ ਪਬਲਿਸਿਟੀ ਲੈਣ ਵਾਲੀਆਂ ਗੱਲਾਂ ਕਰਦੇ ਨੇ। ਕਿਉਂਕਿ ਜੇਕਰ ਕੁੱਲ ਮਿਲਾ ਕੇ ਦੇਖੀਏ ਤਾਂ ਹੁਣ ਤੱਕ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਕੋਈ ਖਾਸ ਮਾਰਕਾ ਨਹੀਂ ਮਾਰਿਆ ਸਰਕਾਰ ਨੇ। ਨਹੀਂ ਮਾਰਿਆ, ਕਿਤੇ ਵੀ ਨਹੀਂ ਵੱਜਿਆ। ਰਾਸ਼ਟਰ ਆਪਣੇ ਹਰਿਆਣੇ 'ਚ ਜਿਹੜੀ ਸਰਕਾਰ ਸੀ ਉਹਨੂੰ ਕੀ ਮਾਰਕਾ ਮਾਰਿਆ? ਉਹੀ ਕੁਛ ਹੋ ਰਿਹਾ ਜੋ ਅੱਜ ਤੋਂ 10 ਸਾਲ ਪਹਿਲਾਂ ਹੋ ਰਿਹਾ ਸੀਗਾ। ਉਦੋਂ ਪਹਿਲਾਂ ਜਿਹੜਾ 10 ਸਾਲ ਉਹੀ ਕੁਛ ਹੋ ਰਿਹਾ, ਉਹੀ ਪੰਜਾਬ 'ਚ ਹੈ। ਬਾਕੀ ਜਿਹੜੇ ਬੰਦਾ ਚੁਣਨ 'ਚ ਗਲਤੀਆਂ ਆਪਾਂ ਜ਼ਰੂਰ ਕੀਤੀਆਂ। ਤੁਸੀਂ ਵੇਖ ਲਓ 35 ਕਿ 36 ਬੰਦੇ ਤੇ ਇਹਨਾਂ ਨੇ ਜਿਹੜੇ ਜੰਪ ਕਰਕੇ ਗਏ ਆ, ਪਾਰਟੀ ਛੱਡ ਕੇ ਗਏ ਆ, ਉਹਨਾਂ ਨੂੰ ਟਿਕਟਾਂ ਦਿੱਤੀਆਂ, ਪੈਸੇ ਲਏ ਆ, ਉਹ ਜਿੱਤਿਆ ਕਿ ਨਹੀਂ? ਮਤਲਬ ਕੇਜਰੀਵਾਲ ਨੂੰ ਤਾਂ ਟਿਕਟ ਨਹੀਂ ਦਿੱਤੀ, ਇਹ ਪੱਕੀ ਗੱਲ ਹੈ ਇਹ। ਹਾਂ, ਕੇਜਰੀਵਾਲ ਨੂੰ ਟਿਕਟ ਦਿੱਤੀ ਹੁੰਦੀ ਉਹ ਜਿੱਤਦਾ, ਉਹ ਤੁਹਾਨੂੰ ਐਡਮਿਨਿਸਟ੍ਰੇਸ਼ਨ ਵੀ ਵਧੀਆ ਦਿੰਦਾ। ਹੁਣ ਟਿਕਟ ਜਿੱਤ ਕੇ ਉਹਨਾਂ, ਹਾਂ ਲੋਕਾਂ ਨੇ ਇੰਨੇ ਜ਼ਿਆਦਾ ਜਿਤਾਤੇ, ਜੇ 5-7 ਬੰਦੇ ਉਹ ਛਾਂਗ ਵੀ ਦੇਣ ਤੇ ਸਰਕਾਰ ਨੂੰ ਕੁਛ ਨਹੀਂ ਵਿਗੜਦਾ। ਤਕੜੀ ਇੰਨੀ ਕਰਤੀ ਸਰਕਾਰ, ਜ਼ਿਆਦਾ ਤਕੜੀ ਵੀ ਨਹੀਂ ਹੋਣੀ ਚਾਹੀਦੀ। ਪੱਕੀ ਗੱਲ ਹੈ, ਜਿਹਦੇ ਸਰਕਾਰ ਨੂੰ ਲੋਕੀ ਜ਼ਿਆਦਾ ਤਕੜਾ ਕਰਨਗੇ, ਸਰਕਾਰ ਉਹ ਲੋਕਾਂ ਨੂੰ ਪੱਟ ਕੇ ਖਾ ਜੂ। ਕਿਸੇ ਨੂੰ ਚੁਣ ਲਓ, ਜਦੋਂ ਤੁਸੀਂ ਐਬਸੋਲੂਟ ਮੈਜੋਰਟੀ ਦੇਤੀ, ਐਬਸੋਲੂਟਲੀ ਉਹ ਤੁਹਾਨੂੰ ਕ੍ਰਸ਼ ਕਰ ਦੇਣਗੇ। ਜਿਸ ਤਰ੍ਹਾਂ ਕੇਜਰੀਵਾਲ ਦੀ ਗੱਲ ਕੀਤੀ ਜਾਂਦੀ ਹੈ ਕਿ ਡਿਕਟੇਟਰ ਕਿਸਮ ਦਾ ਆਦਮੀ ਹੈਗਾ, ਤਾਂ ਭਗਵੰਤ ਮਾਨ ਨੇ ਜਿਹੜੇ ਉਹ ਇੱਕ ਡਮੀ CM ਦੇ ਤੌਰ ਤੇ ਕੰਮ ਕਰ ਰਹੇ ਨੇ। ਕੀ ਸੋਚਦੇ ਹੋ ਇਸ ਬਾਰੇ ਕਿ ਇਹ ਜਿਹੜੀ ਲੋਕ ਮਤ ਜਾਂ ਲੋਕ ਰਾਏ ਬਣੀ ਹੋਈ ਹੈ, ਇਹ ਸਹੀ ਹੈ ਕਿ ਸਿਸਟਮ ਦਿੱਲੀ ਤੋਂ ਹੀ ਚਲਾਇਆ ਜਾ ਰਿਹਾ? ਇਹਨਾਂ ਦਾ ਕੇਂਦਰ ਤਾਂ ਦਿੱਲੀ ਹੈ, ਕਾਂਗਰਸ ਦਾ ਕੇਂਦਰ ਕੀ ਸੀ? ਦਿੱਲੀ। BJP ਦਾ ਕੇਂਦਰ ਕੀ ਹੈ? ਦਿੱਲੀ। ਥੋੜੇ ਅਕਾਲੀ ਦਲ ਦਾ ਕੇਂਦਰ ਵੀ ਤਾਂ ਦਿੱਲੀ ਸੀ ਕਿ ਨਹੀਂ? ਤੇ ਇਸ ਕਰਕੇ ਇਹਨਾਂ ਦਾ ਵੀ ਕੇਂਦਰ ਦਿੱਲੀ ਹੈ। ਸਾਨੂੰ ਕੇਂਦਰ ਨਾਲ ਗੱਲ ਤਾਂ ਬੰਦਾ ਦਾ, ਬਈ ਬੰਦਾ ਕਿਹੜਾ ਕੰਮ ਕਰਦਾ ਹੈ, ਉਹ ਨਹੀਂ ਕਰਦਾ। ਇੱਥੇ ਵਾਲਿਆਂ ਨੇ ਕਿਹੜਾ ਕੁਝ ਕਰਤਾ ਪਹਿਲਾਂ? ਨਾ ਦਿੱਲੀ ਵਾਲਿਆਂ ਨੇ ਕੀਤਾ, ਨਾ ਇਹਨਾਂ ਨੇ ਕੀਤਾ। ਉਹਨਾਂ ਨੂੰ ਪਤਾ ਵੀ ਲੋਕਾਂ ਨੇ ਸਾਨੂੰ ਕਹਿਣਾ ਕੁਛ ਨਹੀਂ, ਸਾਨੂੰ ਵੋਟਾਂ ਪਾਤੀਆਂ, ਜਿਹੜੇ ਸਾਡੇ ਸਾਡੂ ਨੇ ਉਹਨਾਂ ਨੂੰ ਪਾ ਦੇਣਗੇ। ਆਪਾਂ ਕੋਈ ਬੰਦਾ ਤਾਂ ਨਹੀਂ ਚੁਣਨਾ ਨਵਾਂ। ਇੱਕ ਕੁੜਮ ਨਾਲ ਰੁੱਸ ਕੇ ਦੂਜੇ ਕੁੜਮ ਨੂੰ ਵੋਟ ਪਾਤੀ, ਕੁੜਮੀ ਵਰਤਣਗੇ ਤੇ ਵੋਟਰ ਬੈਠੇ ਤਰਸਣਗੇ। ਇੱਕ ਕੁੜਮ ਨੇ ਦੂਜੇ ਨੂੰ ਕੁੜਮ ਨੂੰ ਵੋਟ ਪਾਤੀ, ਦੂਜਾ ਕੁੜਮ ਜਿੱਤ ਗਿਆ। ਉਹਨਾਂ ਦੇ ਘਰੇ ਤਾਂ ਉਹੀ ਵਿਆਹ ਦੀਆਂ ਸਿਠਣੀਆਂ ਗਾਈਆਂ ਜਾ ਰਹੀਆਂ, ਖਾਧੇ ਸੀ ਲੱਡੂ ਤੇ ਜੰਮ ਤੇ ਡੱਡੂ, ਕਿੱਧਰ ਗਈਆਂ ਵੇ ਤੇਰੀਆਂ ਨਾਨਕੀਆਂ। ਠੀਕ ਹੈ ਨਾ? ਇਸ ਕਰਕੇ ਇਹਨਾਂ ਦੀਆਂ ਸਿਠਣੀਆਂ ਨੇ ਤਾਂ ਆਪਣੇ ਘਰਾਂ 'ਚ ਵੱਜਦੀਆਂ। ਸੋ ਬਿਲਕੁਲ ਸਰਕਾਰ ਦੇ ਉੱਤੇ ਵੀ ਵੱਡੇ ਸਵਾਲ ਉੱਠ ਰਹੇ ਨੇ। ਤਾਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਬਲਵਿੰਦਰ ਸਿੰਘ ਸੇਖੋਂ ਹੋਰਾਂ, ਉਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਜਾਨ ਨੂੰ ਵੀ ਲਗਾਤਾਰ ਜਿਹੜਾ ਖਤਰਾ ਉਹ ਬਣਿਆ ਰਹਿੰਦਾ, ਕਿਉਂਕਿ ਇਹ ਰਾਜਨੀਤਿਕ ਲੋਕ ਹੈਗੇ, ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ। ਕਿ ਜਿਹੜੀ ਰਾਜਨੀਤੀ ਹੈਗੀ ਕਿੱਧਰ ਨੂੰ ਜਾ ਰਹੀ ਹੈ, ਸਾਡੇ ਲੋਕਾਂ ਨੂੰ ਥੋੜੀ ਬਹੁਤ ਸਿਆਣਪ ਵਰਤਣੀ ਚਾਹੀਦੀ ਹੈ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਪ੍ਰਚੰਡ ਬਹੁਮਤ ਹੈਗਾ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ, ਤਾਂ ਕਿਤੇ ਨਾ ਕਿਤੇ ਨੁਕਸਾਨਦੇਹ ਹੈ। ਤਾਂ ਦੂਜੇ ਪਾਸੇ ਜੇਕਰ ਕਰਪਸ਼ਨ ਦੀ ਗੱਲ ਕਰੀਏ ਤਾਂ ਕਰਪਸ਼ਨ ਖਤਮ ਕਰਨ ਦੇ ਲਈ ਆਮ ਲੋਕਾਂ ਨੂੰ ਵੀ ਉੱਠਣਾ ਪਵੇਗਾ, ਨਹੀਂ ਤਾਂ ਲਗਾਤਾਰ ਇਹ ਸਿਸਟਮ ਹੈਗਾ ਜਿਹੜਾ ਜਿਸ ਤਰ੍ਹਾਂ ਦਾ ਸਿਸਟਮ ਬਣਾ ਦਿੱਤਾ ਗਿਆ ਪਿਛਲੇ 70-75 ਸਾਲਾਂ ਦੇ ਵਿੱਚ, ਇਹ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹੇਗਾ। ਬਹਰਹਾਲ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।